ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਤੇ ਵਿਸ਼ਰਾਮ ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib Path with meaning, pronunciation, punctuation and examples. So, प्यारी साध संगत जी, ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਹਨ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. ਅਰਧ ਵਿਸ਼ਰਾਮ means a slightly longer pause. Then ਅਲਪ ਵਿਸ਼ਰਾਮ। पूर्ण विश्राम means full stop। जो असी बाणी दे अर्थ सरवण कर रहे हैं, ਉਹ ਸੀ ਭਾਈ ਕਾਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ, ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ, ਭਾਈ ਮਨੀ ਸਿੰਘ ਜੀ ਸੰਪਰਦਾ ਦੇ ਸੰਤ ਕਿਰਪਾਲ ਸਿੰਘ ਜੀ ਅਮੀਰ ਭੰਡਾਰ ਵਾਲੇ, ਉਹਨਾਂ ਦੇ ਅਨੁਸਾਰ, ਅਤੇ ਹੋਰ ਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਨ ਕੋਸ਼, ਤੇ ਰਾੜਾ ਸਾਹਿਬ ਵਾਲਿਆਂ ਦੀ ਜੋ ਐਪ ਹੈ ਗੁਰਬਾਣੀ ਐਕਸਪਲੋਰਰ ਈਸ਼ਰ ਮਾਈਕਰੋਮੀਡੀਆ, ਉਹਦੇ ਅਨੁਸਾਰ ਹੋਰ ਕਈ ਵਿਦਵਾਨਾਂ ਸੰਤਾਂ ਮਹਾਂਪੁਰਖਾਂ ਦੇ ਡੂੰਘੇ ਵਿਚਾਰਾਂ ਨੂੰ ਪੜ੍ਹ ਸੁਣ ਕੇ ਵਿਚਾਰ ਕੇ ਤੇ ਫਿਰ ਇਹਨਾਂ ਸਾਰਿਆਂ ਦੀ ਰੈਫਰੈਂਸ ਲੈ ਕੇ ਫਿਰ ਅਰਥ ਲਿਖੇ ਗਏ ਆ। ਅਰਥ ਆਪ ਜੀ ਨੂੰ ਸੁਣਾਏ ਜਾ ਰਹੇ ਆ। ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 33 ਪੌੜੀਆਂ ਦੇ ਅਰਥ, ਉਚਾਰਨ, ਵਿਸ਼ਰਾਮ ਸਰਵਣ ਕੀਤੇ ਆ। 33 means 33 ਪੌੜੀਜ਼ ਕੰਪਲੀਟ। ਤਾਂ ਆਪਾਂ ਪਿਛਲੇ ਪਾਠ ਦੇ ਵਿੱਚ 5 ਖੰਡਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਸੀ। ਜਿਹੜੀਆਂ 5 ਪੌੜੀਆਂ ਅੱਗੇ ਹੈ, ਧਰਮ ਖੰਡ, ਗਿਆਨ ਖਰਮ, ਸਰਮ ਖੰਡ, ਕਰਮ ਖੰਡ, ਸੱਚ ਖੰਡ, ਇਹ ਖੰਡਾਂ ਵਾਲੀਆਂ ਪੌੜੀਆਂ ਹੁਣ ਆਉਣੀਆਂ। ਤਾਂ ਪਿਛਲੇ ਪਾਠ ਦੇ ਵਿੱਚ ਅਸੀਂ ਇਹਨਾਂ 5 ਖੰਡਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਸੀ। 34ਵੀਂ ਪੌੜੀ ਸ਼ੁਰੂ ਕਰਨ ਤੋਂ ਪਹਿਲਾਂ ਇਹਨਾਂ ਖੰਡਾਂ ਦੀ ਡੈਫੀਨੇਸ਼ਨ ਸਰਵਣ ਕੀਤੀ, ਨੌਲੇਜ ਆਫ 5 ਖੰਡਸ। ਤਾਂ ਅੱਜ ਆਪਾਂ ਹੁਣ 34ਵੀਂ ਪੌੜੀ ਸ਼ੁਰੂ ਕਰਦੇ ਹਾਂ। ਇਹ ਜੋ ਪਿਛਲਾ ਪਾਠ ਆਪ ਜੀ ਨੇ ਸੁਣਿਆ, ਜਿਹਦੇ ਵਿੱਚ 5 ਖੰਡਾਂ ਬਾਰੇ ਅਲੱਗ-ਅਲੱਗ ਤਰ੍ਹਾਂ ਦੇ ਵਿਦਵਾਨਾਂ ਦੀ ਰੈਫਰੈਂਸ ਲਈ ਗਈ ਹੈ, ਤਾਂ ਤਕਰੀਬਨ ਜਿਹੜੇ ਹੁਣ ਆਪਾਂ ਅਰਥ ਕਰਨੇ ਹਨ ਤੇ ਜਿਨ੍ਹਾਂ ਮਹਾਨ ਵਿਦਵਾਨਾਂ ਦੀ ਰੈਫਰੈਂਸ ਲਈ ਗਈ ਹੈ, ਉਹਨਾਂ ਦੇ ਵਿਚਾਰਾਂ
ਦੇ ਅਨੁਸਾਰ ਇਸ ਦੇ ਅਰਥ ਕੀਤੇ ਗਏ ਹਨ ਇਹਨਾਂ ਪੌੜੀਆਂ ਦੇ। ਸੋ ਆਪਾਂ ਜਿਹੜੀ 32ਵੀਂ ਪੌੜੀ ਪੜ੍ਹੀ ਸੀ, ਇੱਕ ਦੂਜੀ ਬਹੁ ਲੱਖ ਹੋਏ, ਉਸ ਦਾ ਨਾਮ ਵਿਦਵਾਨ ਪੁਰਸ਼ਾਂ ਨੇ ਰੱਖਿਆ ਸੀ ਸ਼ੁਭ ਇੱਛਾ। ਉਹ ਪੌੜੀ ਦਾ ਨਾਮ ਸੀ ਸ਼ੁਭ ਇੱਛਾ। ਫਿਰ 33ਵੀਂ ਪੌੜੀ ਜਦੋਂ ਆਪਾਂ ਸੁਣੀ, ਜੋਰ ਨ ਮੰਗਣ ਦੇਣ ਨ ਜੋਰ, ਜੋਰ ਨ ਜੀਵਨ ਮਾਲ ਮਰਨ ਸੁਰ, ਇਹ ਜਿਹੜੀ ਪੌੜੀ ਸੀ, ਇਸ ਪੌੜੀ ਦਾ ਨਾਮ ਵਿਦਵਾਨ ਪੁਰਸ਼ਾਂ ਨੇ ਰੱਖਿਆ ਹੈ ਸ਼ੁਭ ਚਾਰਨਾ। ਸ਼ੁਭ ਇੱਛਾ ਤੇ ਸ਼ੁਭ ਚਾਰਨਾ 32ਵੀਂ 33ਵੀਂ ਪੌੜੀ ਆਪਾਂ ਸੁਣੀ ਆ। ਤਾਂ ਹੁਣ ਜਿਹੜੀ ਪੌੜੀ ਹੈਗੀ 34ਵੀਂ, ਇਸ 34ਵੀਂ ਪੌੜੀ ਦਾ ਜੋ ਨਾਮ ਵਿਦਵਾਨ ਪੁਰਸ਼ਾਂ ਨੇ ਲਿਖਿਆ ਹੈ, ਇਸ ਪੌੜੀ ਨੂੰ ਨਾਮ ਦਿੱਤਾ ਹੈ ਵਿਦਵਾਨ ਪੁਰਸ਼ਾਂ ਨੇ ਤਨੂ ਮਾਨਸਾ। ਤਨੂ ਮਾਨਸਾ, ਤਨੂ ਦਾ ਅਰਥ ਹੈ ਸਰੀਰਾਂ ਦੀ, ਦੇਹਾਂ ਦੀ ਜਾਂ ਪੁੱਤਰ ਆਦਿਕ ਪਰਿਵਾਰ ਦੀ ਰਚਨਾ। ਸਰੀਰਾਂ ਦੀ ਰਚਨਾ, ਦੇਹਾਂ ਦੀ ਰਚਨਾ ਤੇ ਪਰਿਵਾਰਾਂ ਦੀ ਰਚਨਾ। ਪਸ਼ੂ ਜਾਂ ਹੋਰ ਪੰਛੀਆਂ ਜੀਵ ਆਦਿਕ ਦੀ ਰਚਨਾ, ਜਲ ਦੇ ਜੀਵਾਂ ਦੀ ਰਚਨਾ, ਦਿਨ ਰਾਤ ਤੇ ਬਨਸਪਤੀ ਆਦਿਕ ਦੀ ਰਚਨਾ ਦਾ ਗਿਆਨ। ਮਾਨਸਾ ਮੀਨਸ ਗਿਆਨ, ਤਨੂ ਮਾਨਸਾ। ਇਸ ਦਾ ਮਤਲਬ ਕਿ ਜਿਹੜੇ ਸਰੀਰ ਪਰਮਾਤਮਾ ਨੇ ਜੀਵ ਬਣਾਏ ਆ, ਸਰੀਰ ਬਣਾਏ ਆ, ਦੇਹਾਂ ਬਣਾਈਆਂ, ਪਰਿਵਾਰ ਬਣਾਏ ਆ, ਪਸ਼ੂ ਜੀਵ ਜੰਤੂ ਪੰਛੀ ਬਣਾਏ ਹਨ, ਜਲ ਦੇ ਜੀਵ ਬਣਾਏ ਹਨ, ਦਿਨ ਤੇ ਰਾਤ ਬਣਾਈ ਹੈ। ਤੈਨੂੰ ਮਤਲਬ ਇਹਨਾਂ ਸਰੀਰਾਂ ਦੀ ਰਚਨਾ ਕੀਤੀ ਹੈ। ਤੇ ਜਿਹੜੇ ਸਰੀਰਾਂ ਦੀ ਰਚਨਾ ਕੀਤੀ ਆ, ਇਸ ਪੌੜੀ ਵਿੱਚ ਗੁਰੂ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਉਸ ਰਚਨਾ ਬਾਰੇ ਦੱਸਦੇ ਆ। ਦੱਸਣਾ ਮੀਨਸ ਗਿਆਨ ਪ੍ਰਾਪਤ ਕਰਨਾ। ਤਨੂ ਮਾਨਸਾ, ਸਰੀਰਾਂ ਦੀ ਰਚਨਾ ਦਾ ਗਿਆਨ ਕਿ ਉਸ ਪਰਮਾਤਮਾ ਨੇ ਇਹ ਸਰੀਰਾਂ ਦੀ, ਜੀਵਾਂ ਦੀ, ਦਿਨ ਰਾਤ ਦੀ ਰਚਨਾ ਕਿਵੇਂ ਕੀਤੀ ਹੈ। ਇਸ ਕਰਕੇ ਵਿਦਵਾਨ ਪੁਰਸ਼ਾਂ ਨੇ ਇਸ 34ਵੀਂ ਪੌੜੀ ਨੂੰ ਨਾਮ ਦਿੱਤਾ ਹੈ ਤਨੂ ਮਾਨਸਾ। ਸੋ ਸਭ ਤੋਂ ਪਹਿਲਾਂ ਆਉ ਧਰਮ ਖੰਡ। ਇਹ ਸਰੀਰਾਂ ਦੀ ਰਚਨਾ ਜਿਹੜੀ ਹੈ, ਇਹਨਾਂ ਦੀ ਜਾਣਕਾਰੀ ਹੈ, ਗਿਆਨ ਹੈ, ਨੌਲੇਜ ਹੈ। ਇਹ ਬੰਦੇ ਨੂੰ ਧਰਮ ਕਰਦਿਆਂ ਕਰਦਿਆਂ ਪਰਮਾਤਮਾ ਦੀ ਰਚਨਾ ਦੀ, ਪਰਮਾਤਮਾ ਦੀ ਬਣਾਈ ਹੋਈ ਦੁਨੀਆ ਦਾ ਗਿਆਨ ਪ੍ਰਾਪਤ ਹੋ ਜਾਂਦਾ। ਧਰਮ ਖੰਡ ਮੀਨਸ ਫਰਜ਼ ਨਿਭਾਉਣ ਦਾ ਦੇਸ਼, ਫਰਜ਼ ਦੀ ਦੁਨੀਆ, ਜਿਸ ਵਿੱਚ ਮਨੁੱਖ ਦਾ ਧਰਮ ਵਾਲਾ ਜੀਵਨ ਉੱਚਾ ਹੁੰਦਾ ਹੈ ਅਤੇ ਕੁਕਰਮਾਂ ਦਾ ਤਿਆਗ ਕੀਤਾ ਜਾਂਦਾ ਹੈ। ਇਸ ਵਾਸਤੇ ਸ਼ੁਭ ਕਰਮ ਕਰਨਾ ਹੀ ਧਰਮ ਹੈ, ਜਿਸ ਵਿੱਚ ਮਨੁੱਖ ਪੁੰਨ ਦਾਨ ਤੇ ਜੀਵਾਂ ਦਾ ਭਲਾ ਕਰਨਾ ਲੱਗ ਜਾਂਦਾ ਹੈ। ਧਰਮ ਖੰਡ ਮੀਨਸ ਕਿ ਉਸ ਦੇ ਅੰਦਰ ਜਦੋਂ ਚੰਗੇ ਚੰਗੇ ਵਿਚਾਰ ਪੈਦਾ ਹੁੰਦੇ ਹਨ, ਉਸ ਨੂੰ ਆਪਣੀ ਫਰਜ਼, ਆਪਣੇ ਕੰਮਾਂ ਦਾ ਅਹਿਸਾਸ ਹੁੰਦਾ ਹੈ, ਫੀਲ ਹੁੰਦਾ ਹੈ, ਤਾਂ ਉਹ ਮਾੜੇ ਕੰਮਾਂ ਦਾ ਤਿਆਗ ਕਰ ਦਿੰਦਾ ਹੈ, ਮਾੜੇ ਕੰਮਾਂ ਨੂੰ ਛੱਡ ਜਾਂਦਾ ਹੈ ਤੇ ਸ਼ੁਭ ਕਰਮ ਕਰਨ ਨੂੰ ਹੀ ਆਪਣਾ ਧਰਮ ਸਮਝਦਾ ਹੈ। ਤੇ ਮਨੁੱਖ ਜੀਵਾਂ ਦਾ ਤੇ ਮਨੁੱਖਾਂ ਦਾ ਭਲਾ ਕਰਨ ਲੱਗ ਜਾਂਦਾ ਹੈ। ਬਸ ਇਹੋ ਹੀ ਧਰਮ ਖੰਡ ਹੈ। ਹੁਣ ਆਪਾਂ 34ਵੀਂ ਪੌੜੀ ਦੀਆਂ ਪੰਕਤੀਆਂ ਪੜ੍ਹਦੇ ਹਾਂ ਜੀ। ਰਾਤੀ ਰੁੱਤੀ ਥਿੱਤੀ ਵਾਰ, ਇਸ ਪੰਕਤੀ ਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ, ਰੁੱਤੀ ਦੇ ਉੱਪਰ। ਰਾਤੀ ਰੁੱਤੀ ਵਿਸ਼ਰਾਮ, ਥਿੱਤੀ ਵਾਰ। ਸੋ ਇਹਦਾ ਉਚਾਰਨ ਤਕਰੀਬਨ ਠੀਕ ਹੁੰਦਾ ਹੈ। ਰਾਤੀ ਰੁੱਤੀ, ਇਹ ਜਿਹੜੀ ਰਾਰੇ ਔਂਕੜ ਤੱਤੇ ਵਿਹਾਰੀ ਲੱਗੀ ਹੋਈ ਹੈ ਨਾ, ਇਹਨੂੰ ਰੁੱਤੀ ਬੋਲਣਾ, ਰੁੱਤੀ ਨਹੀਂ ਬੋਲਣਾ। ਰਾਤੀ ਰੁੱਤੀ ਐ ਨਹੀਂ ਬੋਲਣਾ, ਰੁੱਤੀ। ਰਾਰੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਾਂਗੇ। ਰੁੱਤੀ ਦਾ ਅਰਥ ਹੋ ਗਿਆ ਰੁੱਤਾਂ, ਸੀਜ਼ਨ। ਰੁੱਤ ਮੀਨਸ ਸੀਜ਼ਨ, ਓਕੇ। ਤਾਂ ਇਹਨੂੰ ਰਾਰੇ ਨੂੰ ਭਾਰਾ ਕਰਕੇ ਬੋਲਾਂਗੇ ਰੁੱਤੀ। ਰੁੱਤਾਂ, ਰੁੱਤੀ ਮਤਲਬ ਰੁੱਤਾਂ, ਰੁੱਤ, ਸਰਦੀਆਂ ਦੀ ਰੁੱਤ, ਗਰਮੀਆਂ ਦੀ ਰੁੱਤ,
ਮੀਂਹਾਂ ਬਾਰਿਸ਼ਾਂ ਦੀ ਰੁੱਤ, ਤੇ ਫਿਰ ਪਤਝੜ ਦੀ ਰੁੱਤ, ਫੁੱਲਾਂ ਦੀ ਰੁੱਤ, ਪਿਆਰ ਦੀ ਰੁੱਤ, ਇਹ ਰੁੱਤਾਂ ਹੁੰਦੇ ਸੀਜ਼ਨ। ਕਰੈਕਟ। ਸੋ ਇਸ ਦਾ ਉਚਾਰਨ ਆਪਾਂ ਇਦਾਂ ਕਰਨਾ, ਰਾਤੀ ਰੁੱਤੀ ਥਿੱਤੀ ਵਾਰ। ਇਸ ਪੰਕਤੀ ਦਾ ਅਰਥ ਹੈ ਕਿ ਪ੍ਰਮਾਤਮਾ ਨੇ ਜਦੋਂ ਦੁਨੀਆ ਦੀ ਰਚਨਾ ਕੀਤੀ ਇਸ ਤਰ੍ਹਾਂ ਕੀਤੀ। ਕਿਵੇਂ ਕੀਤੀ? ਸਭ ਤੋਂ ਪਹਿਲਾਂ 6 ਰੁੱਤਾਂ ਤੇ ਥਿੱਥਾਂ ਤਿਆਰ ਕੀਤੀਆਂ। ਥਿੱਥ ਦਾ ਮਤਲਬ ਹੁੰਦਾ ਹੈ ਮੱਸਿਆ ਪੁੰਨਿਆ। ਥਿੱਥੀ ਜਿਹੜਾ ਲਿਖਿਆ ਨਾ, ਤੇ ਥਿੱਥੀ ਇਹ ਮੱਸਿਆ ਪੁੰਨਿਆਂ ਦੇ ਦਿਨ ਹੁੰਦੇ ਆ। 15 ਦਿਨ ਮੱਸਿਆ ਦੇ, 15 ਦਿਨ ਪੁੰਨਿਆਂ ਦੇ, ਉਹਨੂੰ ਥਿੱਥਾਂ ਕਹਿੰਦੇ ਆ, ਥਿੱਥ ਕਹਿੰਦੇ ਆ। ਠੀਕ ਆ ਜੀ। 6 ਰੁੱਤਾਂ ਪ੍ਰਮਾਤਮਾ ਨੇ ਬਣਾਈਆਂ, ਫਿਰ ਥਿੱਥਾਂ ਬਣਾਈਆਂ, 15 ਥਿੱਥਾਂ ਮੱਸਿਆ ਦੀਆਂ, 15 ਦਿਨ ਪੁੰਨਿਆਂ ਦੇ, ਇਹ ਥਿੱਥ ਹੁੰਦੀ ਆ। ਤੇ ਜੋ 29 ਦਿਨ ਦਾ ਮਹੀਨਾ ਹੁੰਦਾ, ਜਿਹੜੀਆਂ ਥਿੱਥਾਂ ਦਾ ਮਹੀਨਾ ਹੁੰਦਾ ਮੱਸਿਆ ਪੁੰਨਿਆਂ ਦਾ, ਇਹ ਜਿਹੜਾ ਮੰਥ ਹੁੰਦਾ ਇਹ 29 ਡੇਜ਼ ਦਾ ਹੁੰਦਾ। ਇਸ ਕਰਕੇ ਕਦੇ ਪੂਰਨਮਾਸ਼ੀ ਕਿੰਨੇ ਤਰੀਕ ਦੀ ਆ ਜਾਂਦੀ, ਕਦੇ ਕਿੰਨੇ ਤਰੀਕ ਦੀ ਆ ਜਾਂਦੀ। ਅਦਰਵਾਈਜ਼ ਜੇ ਉਹ ਪੂਰੇ ਡੇਜ਼ ਹੋਣ, 30 ਡੇਜ਼ ਹੋਣ, ਫਿਰ ਸੇਮ ਡੇ ਤੇ ਰਿਟਰਨ ਹੁੰਦੀ ਰਹਿੰਦੀ ਆ। ਪਰ 29 ਡੇਜ਼ ਹੋਣ ਦੇ ਕਰਕੇ ਉਹ ਦਿਨ ਅੱਗੇ ਆ ਜਾਂਦੇ। ਕਦੇ 8 ਤਰੀਕ ਦੀ ਪੂਰਨਮਾਸ਼ੀ ਹੁੰਦੀ ਆ, ਕਦੇ 12 ਦੀ ਹੋ ਜਾਂਦੀ ਆ, ਕਦੇ 16 ਦੀ ਹੋ ਜਾਂਦੀ, ਕਦੇ 14 ਦੀ ਹੋ ਜਾਂਦੀ। ਐ ਦਿਨ ਵੱਧਦੇ ਘਟਦੇ ਰਹਿੰਦੇ ਆ। ਸੋ ਮੱਸਿਆ ਪੁੰਨਿਆ ਜੋ ਹੈ, ਥਿੱਥਾਂ ਹਨ, ਇਹਨਾਂ ਦੇ 29 ਡੇਜ਼ ਹੁੰਦੇ ਆ। 29 ਡੇਜ਼ ਦਾ 1 ਮੰਥ ਬਣਦਾ। ਵਾਰ 7 ਵਾਰ ਵੀ ਪ੍ਰਮਾਤਮਾ ਨੇ ਦਿਨ ਬਣਾਏ। ਇਹ ਜਿਹੜੇ ਨਾਮ ਅਸੀਂ ਰੱਖਿਆ ਨਾ, ਐਤਵਾਰ, ਸੋਮਵਾਰ, ਇਹ ਬਾਅਦ ਵਿੱਚ ਹੋਏ, ਪਰ ਗੁਰਬਾਣੀ ਨੇ ਇਸ ਨੂੰ ਦੀ ਪੁਸ਼ਟੀ ਕੀਤੀ ਆ ਕਿ ਇਹ ਵਾਰ ਹਨ। ਆਦਿਤਵਾਰ ਕਬੀਰ ਜੀ ਨੇ ਵੀ 7 ਵਾਰ ਲਿਖੇ ਹਨ। ਗੁਰੂ ਨਾਨਕ ਦੇਵ ਜੀ ਨੇ ਵੀ ਇੱਕ ਪੱਟੀ ਲਿਖੀ, ਊੜਾ ਆੜਾ, ਇੱਕ 7 ਵਾਰ ਲਿਖੇ ਹਨ। ਗੁਰੂ ਅਮਰਦਾਸ ਜੀ ਨੇ ਵੀ 7 ਵਾਰ ਲਿਖੇ ਹੈ। ਐਤਵਾਰ, ਸੋਮਵਾਰ, ਮੰਗਲਵਾਰੇ ਲੈ ਮਾਹੀਤ, ਪੰਜ ਚੋਰ ਕੀ ਜਾਣੈ ਰੀਤ, ਹਨਾ। ਮੰਗਲਵਾਰ, ਬੁੱਧਵਾਰ, ਬੁੱਧ ਕਰੇ ਪ੍ਰਕਾਸ਼। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਵੀ ਵਾਰਾਂ ਦੇ ਨਾਮ ਲਿਖੇ ਹੋਏ ਆ, ਸੋਮਵਾਰ, ਮੰਗਲਵਾਰ, ਬੁੱਧਵਾਰ। ਤੇ 7 ਵਾਰ ਬਣੇ, 6 ਰੁੱਤਾਂ ਬਣੀਆਂ, ਤੇ ਫਿਰ ਥਿੱਥਾਂ ਦਾ ਮਹੀਨਾ ਬਣਿਆ, ਤੇ 7 ਵਾਰ ਬਣੇ, ਐਤਵਾਰ, ਸੋਮਵਾਰ। ਇਸ ਤਰ੍ਹਾਂ ਇਹ 6 ਰੁੱਤਾਂ ਕਿਹੜੀਆਂ ਹਨ? ਰੁੱਤੀ ਮਤਲਬ 6 ਸੀਜ਼ਨਜ਼, 6 ਸੀਜ਼ਨਜ਼ ਕਿਹੜੇ ਹਨ? 6 ਰੁੱਤਾਂ ਦੇ ਹਿਸਾਬ ਨਾਲ 2 ਮਹੀਨਿਆਂ ਦੀ ਇੱਕ ਰੁੱਤ ਬਣਦੀ, ਕਿਉਂਕਿ 12 ਮੰਥ ਦਾ 1 ਈਅਰ, 12 ਮਹੀਨਿਆਂ ਦਾ 1 ਸਾਲ ਬਣਦਾ। ਤੇ 6 ਰੁੱਤਾਂ ਜਦੋਂ ਆਪਾਂ 12 ਨੂੰ 6 ਨਾਲ ਡਿਵਾਈਡ ਕਰਾਂਗੇ ਤਾਂ 1 ਮੰਥ ਦੇ ਵਿੱਚ 2 ਰੁੱਤਾਂ ਆਉਣੀਆਂ, 2 ਸੀਜ਼ਨ, ਹੈ ਨਾ। ਤਾਂ ਇਸੇ ਤਰ੍ਹਾਂ ਦੇ ਨਾਲ ਜਿਹੜੇ ਸਾਲ, ਪੁਰਾਣੇ ਸਾਲ ਆ ਨਾ, ਜਿਹੜੇ ਪਹਿਲਾਂ ਜਿਹੜੇ ਸਾਲ ਹੁੰਦੇ ਸੀਗੇ, ਉਹ ਮੱਸਿਆ ਪੁੰਨਿਆ ਥਿੱਥਾਂ ਦੇ ਹਿਸਾਬ ਦੇ ਨਾਲ ਗਿਣੇ ਜਾਂਦੇ ਸਨ। ਇਸ ਕਰਕੇ ਪ੍ਰਾਚੀਨ ਜਿਹੜਾ ਸਾਲ ਹੁੰਦਾ ਸੀ ਉਹ 28 ਵੀਕਸ ਦਾ ਹੁੰਦਾ ਸੀ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਪ੍ਰਮਾਤਮਾ ਨੇ ਆਲ ਦਾ 6 ਸੀਜ਼ਨ, 28 ਵੀਕਸ ਐਂਡ 7 ਡੇਜ਼ ਇਹ ਪ੍ਰਮਾਤਮਾ ਨੇ ਬਣਾਏ। ਤਾਂ 6 ਰੁੱਤਾਂ ਕਿਹੜੀਆਂ? ਇੱਕ ਮਹੀਨੇ ਦੇ ਵਿੱਚ 2 ਰੁੱਤਾਂ ਆਉਂਦੀਆਂ। ਤਾਂ ਪਹਿਲੀ ਰੁੱਤ ਬਸੰਤ ਰੁੱਤ। ਬਸੰਤ ਰੁੱਤ ਜਿਹੜੀ ਹੁੰਦੀ ਆ ਉਹ ਫੁੱਲਾਂ ਦੇ ਖਿੜਨ ਦੀ ਰੁੱਤ ਹੁੰਦੀ ਹੈ, ਜੋ ਮਾਰਚ ਅਪ੍ਰੈਲ ਵਿੱਚ ਹੁੰਦੀ ਹੈ। ਇੱਕ ਹੁੰਦੀ ਗ੍ਰੀਖਮ ਰੁੱਤ। ਗ੍ਰੀਖਮ ਰੁੱਤ ਦਾ ਮਤਲਬ ਗਰਮੀ ਦੀ ਰੁੱਤ। ਗਰਮੀ ਦੀ ਰੁੱਤ ਜਿਹੜੀ ਆਉਂਦੀ ਆ ਉਹ ਮਈ ਜੂਨ ਦੇ ਵਿੱਚ ਆਉਂਦੀ ਹੈ। ਮਾਰਚ ਅਪ੍ਰੈਲ ਵਿੱਚ ਫੁੱਲਾਂ ਦੀ ਰੁੱਤ ਆ ਜਾਂਦੀ ਆ, ਫੁੱਲਾਂ ਦਾ ਸੀਜ਼ਨ ਆ ਜਾਂਦਾ। ਤੇ ਫਿਰ ਅਗਲੇ 2 ਮੰਥ ਦੇ ਵਿੱਚ ਗਰਮੀਆਂ ਦੀ ਰੁੱਤ ਆਉਂਦੀ ਹੈ, ਮਈ ਜੂਨ ਦੇ ਵਿੱਚ। ਵਰਖਾ ਰੁੱਤ, ਮੀਂਹ ਪੈਣ ਦੀ ਰੁੱਤ, ਸਾਉਣ ਭਾਦੋਂ, ਜਾਣੀ ਕਿ ਜੁਲਾਈ ਅਗਸਤ ਦੇ ਵਿੱਚ। ਫਿਰ ਚੌਥੀ ਰੁੱਤ ਹੈ ਸਰਦ ਰੁੱਤ, ਠੰਡੀ ਮਿੱਠੀ ਠੰਡ ਦੀ ਰੁੱਤ ਹੁੰਦੀ ਹੈ।
ਉਹ ਸਰਦ ਰੁੱਤ ਦਾ ਮਤਲਬ ਹੁੰਦਾ ਜ਼ਿਆਦਾ ਠੰਡ ਨਹੀਂ ਹੁੰਦੀ, ਨਾ ਗਰਮੀ ਹੁੰਦੀ ਆ, ਨਾ ਠੰਡ ਹੁੰਦੀ ਆ। ਉਹ ਜਿਹੜਾ ਇੰਗਲਿਸ਼ ਮੰਥ ਹੁੰਦਾ ਸਤੰਬਰ ਅਕਤੂਬਰ, ਸੈਪਟੰਬਰ ਅਕਤੂਬਰ, ਦੇਸੀ ਮਹੀਨਾ ਹੁੰਦਾ ਅੱਸੂ ਕੱਤੇ, ਇਹਨੂੰ ਠੰਡ ਦੀ ਰੁੱਤ ਕਹਿੰਦੇ ਆ। ਤੇ ਜਿਹੜੀ ਬਹੁਤ ਠੰਡ ਦੀ ਰੁੱਤ ਹੁੰਦੀ ਆ ਉਹਨੂੰ 5ਵੇਂ ਨੰਬਰ ਤੇ ਗਿਣਿਆ ਗਿਆ ਹਿਮ ਰੁੱਤ। ਹਿਮ ਮੀਨਸ ਬਰਫ, ਤਾਂ ਹਿਮ ਰੁੱਤ ਮਤਲਬ 5ਵੀਂ ਰੁੱਤ ਹੈਗੀ ਆ ਬਰਫ ਪੈਣ ਦੀ ਰੁੱਤ। ਬਹੁਤ ਸਨੋ ਪੈਣ ਲੱਗ ਜਾਂਦੀ ਜਦੋਂ ਨਵੰਬਰ ਦਸੰਬਰ ਦੇ ਵਿੱਚ। ਇਹ 2 ਮੰਥ ਨਵੰਬਰ ਦਸੰਬਰ ਦੇ ਵਿੱਚ ਹਿਮ ਰੁੱਤ ਬਰਫ ਦੀ ਰੁੱਤ ਮੰਨਿਆ ਗਿਆ ਹੈ। ਤਾਂ 6ਵਾਂ ਸੀਜ਼ਨ ਹੈ, 6ਵੀਂ ਰੁੱਤ ਹੈ ਸਿਸਰ ਰੁੱਤ। ਸ਼ਿਸ਼ਰ, ਸ਼ਿਸ਼ਰ ਰੁੱਤ ਦਾ ਮਤਲਬ ਹੈ ਠੰਡੀ ਸੀਤ ਹਵਾ ਵਗਣੀ। ਤੇ ਆਪਾਂ ਦੇਖਦੇ ਹਾਂ ਕਿ ਜਨਵਰੀ ਫਰਵਰੀ ਦੇ ਵਿੱਚ ਬਹੁਤ ਠੰਡੀ ਹਵਾ ਵਗਦੀ ਆ। ਇਸ ਤਰ੍ਹਾਂ 6 ਰੁੱਤਾਂ ਹਨ। ਫੁੱਲਾਂ ਦੀ ਰੁੱਤ, ਫੁੱਲਾਂ ਦੀ ਰੁੱਤ, ਗਰਮੀ ਦੀ ਰੁੱਤ, ਮੀਂਹ ਪੈਣ ਦੀ ਰੁੱਤ, ਥੋੜੀ ਗਰਮੀ ਥੋੜੀ ਠੰਡ, ਮਿੱਠੀ ਠੰਡੀ ਮਿੱਠੀ ਠੰਡ ਵਾਲੀ ਰੁੱਤ, ਤੇ ਬਰਫ਼ ਪੈਣ ਦੀ ਰੁੱਤ, ਤੇ ਠੰਡੀ ਹਵਾ ਚੱਲਣ ਵਾਲੀ ਰੁੱਤ। ਇਹ 6 ਰੁੱਤਾਂ ਹਨ। ਦੈਨ ਪਵਨ ਪਾਣੀ ਅਗਨੀ ਪਾਤਾਲ, ਪਾਣੀ ਦੇ ਵਿਸ਼ਰਾਮ ਆਊਗਾ। ਪਵਨ ਪਾਣੀ ਵਿਸ਼ਰਾਮ, ਅਗਨੀ ਪਾਤਾਲ। ਸੋ ਇਹਦਾ ਉਚਾਰਨ ਤਕਰੀਬਨ ਠੀਕ ਹੈ, ਬਟ ਮੈਨੂੰ ਲੱਗਦਾ ਵੀ ਜਦੋਂ ਅਸੀਂ ਪਾਤਾਲ ਬੋਲਦੇ ਹਾਂ ਤਾਂ ਉੱਥੇ ਗਲਤ ਬੋਲਦੇ ਹੋਵਾਂਗੇ। ਪਵਨ ਇਸ ਤਰ੍ਹਾਂ ਬੋਲਦੇ ਹੋਵਾਂਗੇ ਮੇਬੀ, ਪਵਨ ਪਾਣੀ ਅਗਨੀ ਪਤਾਲ ਐਵੇਂ ਬੋਲਦੇ ਹੋਵਾਂਗੇ। ਬਟ ਇਹਦੇ ਵਿੱਚ ਪਤਾਲ ਨਹੀਂ ਲਿਖਿਆ, ਪੱਪੇ ਨੂੰ ਕੰਨਾ ਵੀ ਲੱਗਿਆ ਹੋਇਆ। ਪਾਤਾਲ, ਪੱਪੇ ਕੰਨਾ ਪਾ, ਤੱਤੇ ਕੰਨਾ ਤਾ, ਲੱਲਾ ਪਾਤਾਲ ਐ ਬੋਲਣਾ। ਪਤਾਲ ਨਹੀਂ ਕਹਿਣਾ ਇਹਨੂੰ, ਪੱਪੇ ਨੂੰ ਕੰਨਾ ਲਾ ਕੇ ਬੋਲਣਾ। ਆਪਾਂ ਲੱਗਿਆ ਹੋਇਆ ਇੱਥੇ ਗੁਰਬਾਣੀ ਦੇ ਵਿੱਚ ਪੱਪੇ ਨੂੰ ਕੰਨਾ। ਤਾਂ ਅਸੀਂ ਬੋਲਾਂਗੇ ਅਗਨੀ ਪਾਤਾਲ, ਪਵਨ ਪਾਣੀ ਅਗਨੀ ਪਾਤਾਲ, ਇਸ ਤਰ੍ਹਾਂ। ਇਸ ਦਾ ਅਰਥ ਹੈ ਤੇ ਜਦੋਂ ਪ੍ਰਮਾਤਮਾ ਨੇ 6 ਮਹੀਨੇ 6 ਰੁੱਤਾਂ, 1 ਸਾਲ ਮਤਲਬ 12 ਮਹੀਨੇ 7 ਵਾਰ ਤਿਆਰ ਕੀਤੇ, ਪੈਦਾ ਕੀਤੇ, ਤਾਂ ਫਿਰ ਪ੍ਰਮਾਤਮਾ ਨੇ ਹਵਾ, ਪਵਨ ਪਾਣੀ ਅਗਨੀ ਪਾਤਾਲ, ਪ੍ਰਮਾਤਮਾ ਨੇ ਹਵਾ, ਪਾਣੀ, ਅੱਗ ਤੇ ਧਰਤੀ ਦੇ ਅੰਦਰ ਦੀ ਦੁਨੀਆ ਦਾ ਜਾਂ ਵਾਤਾਵਰਨ ਕਹਿ ਲਓ, ਹੈ ਨਾ, ਧਰਤੀ ਦੇ ਅੰਦਰ ਦੀ ਦੁਨੀਆ ਕਹਿ ਲਓ, ਜਾਂ ਧਰਤੀ ਦੇ ਅੰਦਰ ਦਾ ਜੋ ਵਾਤਾਵਰਨ ਹੈ, ਗਰਮੈਸ਼ ਹੈ, ਹੀਟ ਹੈ, ਜੋ ਵੀ ਅੰਦਰ ਜੀਵ ਹੈ ਧਰਤੀ ਦੇ ਵਿੱਚ, ਉਹ ਸਟੀਮ ਦੇ ਨਾਲ ਬਣਦੇ ਆ, ਉੱਥੋਂ ਦੇ ਹਾਲਾਤਾਂ ਦੇ ਨਾਲ ਬਣਦੇ ਆ, ਪੈਦਾ ਹੁੰਦੇ ਆ। ਤਾਂ ਪਵਨ ਮੀਨਸ ਹਵਾ, ਪਾਣੀ ਮੀਨਸ ਪਾਣੀ, ਅਗਨੀ ਮਤਲਬ ਅੱਗ, ਪਾਤਾਲ ਮਤਲਬ ਧਰਤੀ ਦੇ ਅੰਦਰ ਵਾਲੇ ਜੀਵ। ਦੈਨ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਸ ਪੰਕਤੀ ਦੇ ਵਿੱਚ 2 ਵਿਸ਼ਰਾਮ ਆ। ਪਹਿਲਾ ਵਿਸ਼ਰਾਮ ਹੈ ਵਿੱਚ, ਤਿਸ ਵਿੱਚ ਵਿਸ਼ਰਾਮ, ਧਰਤੀ ਥਾਪ ਰੱਖੀ ਵਿਸ਼ਰਾਮ, ਧਰਮਸਾਲ। ਇਹ ਧਰਮਸਾਲ ਜਿਹੜਾ ਸ਼ਬਦ ਹੈ ਇਹ ਕੱਲਾ ਹੀ ਹੈ, ਇਸ ਨੂੰ ਕੱਲੇ ਨੂੰ ਬੋਲਣਾ ਤੇ 2 ਵਿਸ਼ਰਾਮ ਲਾਉਣੇ ਆ। ਸੋ ਵਿਸ਼ਰਾਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਪੂਰੀ ਤਰ੍ਹਾਂ ਕੰਪਲੀਟਲੀ ਰੁਕ ਜਾਓ, ਕੰਪਲੀਟਲੀ ਰੁਕ ਕੇ ਫਿਰ ਅੱਗੇ ਚੱਲੋ, ਫਿਰ ਅਗਲੀ ਪੰਕਤੀ ਪੜੋ। ਵਿਸ਼ਰਾਮ means pause, pause means small stop, ਥੋੜਾ ਜਿਹਾ ਰੁਕਣਾ। ਇਸ ਤਰ੍ਹਾਂ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਤਰ੍ਹਾਂ ਰੂਟੀਨ ਦੇ ਵਿੱਚ ਅਸੀਂ ਪੜ੍ਹਦੇ ਹਾਂ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇੰਨਾ ਕੀ ਸਟਾਪ ਕਰਨਾ ਹੁੰਦਾ, ਇੰਨਾ ਕੁ ਵਿਸ਼ਰਾਮ ਲੈਣਾ ਹੁੰਦਾ। ਤਾਂ ਮਤਾ ਅਸੀਂ ਮਤਲਬ ਇਸ ਚੀਜ਼ ਨੂੰ ਇੱਕ ਇਸ਼ੂ ਨਾ ਬਣਾਈਏ ਵੀ ਐ ਰੁਕਣਾ ਜੀ, ਇੱਥੇ ਤਾਂ ਇਉਂ ਐ। ਕਿਸੇ ਵੀ ਗੱਲ ਦਾ ਇਸ਼ੂ ਨਹੀਂ ਹੋਣਾ ਚਾਹੀਦਾ। ਸਟਾਪ ਦਾ ਮਤਲਬ ਗੱਲ ਨੂੰ ਸਮਝਣ ਵਾਸਤੇ, ਗੁਰਬਾਣੀ ਦੇ ਮੀਨਿੰਗ ਸਮਝਣ ਵਾਸਤੇ ਹੈ।
ਤਾਂ ਜੇ ਉਸ ਦੇ ਅਸੀਂ ਸਟਾਪ ਲਾਵਾਂਗੇ, ਪੌਜ਼ ਲਾਵਾਂਗੇ, ਸਹੀ ਥਾਂ ਤੇ ਪੌਜ਼ ਲੱਗੂ ਤੇ ਮੀਨਿੰਗ ਬਣੂਗਾ। ਜਿਵੇਂ ਹੁਣ ਗੁਰਬਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਗੁਰ ਅਰਜਨ ਘਰ ਗੁਰ ਰਾਮਦਾਸ। ਅਸੀਂ ਜੇ ਐਵੇਂ ਪੜ੍ਹੀਏ ਉਸਨੂੰ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਹੁਣ ਇੱਥੇ ਜੇ ਵਿਸ਼ਰਾਮ ਗਲਤ ਲੱਗ ਗਿਆ ਤਾਂ ਇਹਦਾ ਮੀਨਿੰਗ ਵੀ ਗਲਤ ਹੋ ਗਿਆ। ਅਸਲੀ ਵਿਸ਼ਰਾਮ ਇਹਦਾ ਹੈਗਾ ਗੁਰ ਅਰਜਨ ਵਿਸ਼ਰਾਮ, ਘਰ ਗੁਰ ਰਾਮਦਾਸ ਵਿਸ਼ਰਾਮ, ਭਗਤ ਉਤਰ ਆਇਓ। ਇਸ ਤਰ੍ਹਾਂ ਅਗਰ ਜੇ ਅਸੀਂ ਇਸ ਤਰ੍ਹਾਂ ਅਰਜਨ ਦੇ ਉੱਪਰ ਵਿਸ਼ਰਾਮ ਲਾ ਕੇ ਗੁਰ ਰਾਮਦਾਸ ਘਰ ਗੁਰ ਰਾਮਦਾਸ ਤੇ ਫਿਰ ਵਿਸ਼ਰਾਮ ਲਾਵਾਂਗੇ, ਮੀਨਿੰਗ ਸਹੀ ਬਣ ਜੂਗਾ। ਕਿਵੇਂ? ਮਤਲਬ ਗੁਰ ਅਰਜਨ ਘਰ ਗੁਰ ਰਾਮਦਾਸ ਵੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰੇ ਭਗਤ ਉਤਰ ਆਇਓ। ਇੱਕ ਮਹਾਨ ਸੰਤ ਭਗਤ ਪੈਦਾ ਹੋਏ, ਮਹਾਨ ਗੁਰੂ ਪੈਦਾ ਹੋਏ। ਓਕੇ, ਅਗਰ ਜੇ ਅਸੀਂ ਐਂ ਪੜਾਂਗੇ, ਰੌਂਗ ਵਿਸ਼ਰਾਮ ਲਾਵਾਂਗੇ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ। ਹੁਣ ਅਸੀਂ ਘਰ ਦੇ ਉੱਤੇ ਵਿਸ਼ਰਾਮ ਲਾਈਏ, ਜਿਹੜਾ ਘਰ ਸ਼ਬਦ ਹੈ ਉਹ ਗੁਰੂ ਅਰਜਨ ਦੇਵ ਦੇ ਨਾਲ ਜੋੜ ਦਈਏ, ਗੁਰ ਅਰਜਨ ਘਰ ਗੁਰ ਰਾਮਦਾਸ। ਹੁਣ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇ ਘਰੇ ਥੋੜੇ ਪੈਦਾ ਹੋਏ ਆ, ਇਹ ਤਾਂ ਸਾਰਿਆਂ ਨੂੰ ਪਤਾ ਨਾ ਵੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇ ਘਰੇ ਤਾਂ ਨਹੀਂ ਪੈਦਾ ਹੋਏ ਨਾ, ਉਹ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਦੇ ਘਰੇ ਪੈਦਾ ਹੋਏ ਆ। ਤੇ ਇੱਥੇ ਗਲਤ ਵਿਸ਼ਰਾਮ ਲਾਵਾਂਗੇ, ਗੁਰ ਅਰਜਨ ਘਰ ਗੁਰ ਰਾਮਦਾਸ ਭਗਤ ਉਤਰ ਆਇਓ, ਤੇ ਇਹਦਾ ਮੀਨਿੰਗ ਗਲਤ ਹੋ ਗਿਆ ਨਾ। ਗਲਤ ਵਿਸ਼ਰਾਮ ਲਾਉਣ ਦੇ ਨਾਲ ਬਾਣੀ ਪੜ੍ਹਨ ਲੱਗਿਆ ਗਲਤ ਜਗ੍ਹਾ ਤੇ ਪੌਜ਼ ਹੋਣ ਦੇ ਨਾਲ ਮੀਨਿੰਗ ਚੇਂਜ ਹੋ ਜਾਂਦਾ ਹੈ ਨਾ। ਇਸ ਕਰਕੇ ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਦੇ ਵਿੱਚ ਸਟਾਪ ਪੌਜ਼ ਕਰਕੇ ਸਾਨੂੰ ਦੱਸਿਆ ਵੀ ਇੱਥੇ ਪੌਜ਼ ਹੋਣਾ ਥੋੜਾ ਜਿਹਾ, ਇੱਥੇ ਪੌਜ਼ ਨਹੀਂ ਹੋਣਾਗਾ। ਜੇ ਗੱਲ ਨੂੰ ਸਹੀ ਤਰੀਕੇ ਨਾਲ ਸਮਝਣਾ ਤਾਂ ਕਿੱਥੇ ਪੌਜ਼ ਹੋਣਾ, ਤੁਸੀਂ ਫਿਰ ਤੁਹਾਨੂੰ ਗੱਲ ਸਮਝ ਵਿੱਚ ਆਓ, ਗੁਰਬਾਣੀ ਦਾ ਮੀਨਿੰਗ ਸਹੀ ਬਣੂਗਾ। ਇਹ ਤਾਂ ਬਣਾਏ ਗਏ ਆ ਜਿਹੜੇ ਆਪਾਂ ਵਿਸ਼ਰਾਮ ਤੁਹਾਨੂੰ ਸਿਖਾ ਰਹੇ ਹਾਂ ਜਾਂ ਅਸੀਂ ਸਿੱਖ ਰਹੇ ਹਾਂ ਇਸ ਤਰੀਕੇ ਨਾਲ। ਸੋ ਇੱਥੇ ਇੱਕ ਵਿੱਚ ਦੇ ਉੱਤੇ ਵਿਸ਼ਰਾਮ ਆਊਗਾ, ਇੱਕ ਰੱਖੀ ਦੇ ਉੱਤੇ ਆਊਗਾ। ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਇਸ ਪੰਕਤੀ ਦਾ ਅਰਥ ਹੈ ਕਿ ਇਹ ਸਾਰੀਆਂ ਚੀਜ਼ਾਂ ਬਣਾ ਕੇ, ਇਸ ਵਿੱਚ ਪਰਮਾਤਮਾ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਈਆਂ? 6 ਰੁੱਤਾਂ ਬਣਾਈਆਂ, ਸਾਲ ਬਣਾਇਆ, 7 ਵਾਰ ਬਣਾਏ, ਹਵਾ ਬਣਾਈ, ਪਾਣੀ ਬਣਾਇਆ, ਅੱਗ ਬਣਾਈ, ਤੇ ਧਰਤੀ ਦੇ ਅੰਦਰ ਜੀਵ ਵੀ ਪੈਦਾ ਕੀਤੇ। ਧਰਤੀ ਦੇ ਅੰਦਰ ਵੀ ਜੀਵ ਪੈਦਾ ਕੀਤੇ, ਧਰਤੀ ਦੇ ਉੱਤੇ ਵੀ ਜੀਵ ਪੈਦਾ ਕੀਤੇ। ਤਾਂ ਜਦੋਂ ਪਰਮਾਤਮਾ ਨੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਦੋਂ ਪਰਮਾਤਮਾ ਨੇ ਇੰਨਾ ਕੁਛ ਬਣਾਇਆ, ਇਹ ਸਾਰੀਆਂ ਚੀਜ਼ਾਂ ਬਣਾ ਕੇ ਵਾਹਿਗੁਰੂ ਨੇ ਫਿਰ ਇਹਨਾਂ ਦੇ ਵਿਚਕਾਰ ਧਰਤੀ ਬਣਾ ਕੇ ਥਾਪ ਮੀਨਸ ਰੱਖ ਦਿੱਤੀ, ਇਹਨਾਂ ਦੇ ਰਹਿਣ ਵਾਸਤੇ, ਇਹਨਾਂ ਦੇ ਵਿਚਕਾਰ ਧਰਤੀ ਬਣਾ ਕੇ ਰੱਖ ਦਿੱਤੀ। ਥਾਪ ਮੀਨਸ ਰੱਖਣਾ, ਬਣਾ ਦਿੱਤੀ ਜਾਂ ਰੱਖ ਦਿੱਤੀ ਹੈ। ਧਰਮਸਾਲ ਮੀਨਸ ਕਿ ਧਰਮਸਾਲ ਤੋਂ ਭਾਵ ਹੈ ਕਿ ਧਰਮ ਦੀ ਥਾਂ, ਜਿਸ ਉੱਤੇ ਬੈਠ ਕੇ ਨਾਮ ਸਿਮਰਨ ਵਾਲੇ ਸੰਤ ਮਹਾਂਪੁਰਸ਼ ਨਾਮ ਸਿਮਰਨ ਕਰਦੇ ਹਨ। ਇਹ ਜਿਹੜੀ ਧਰਤੀ ਬਣੀ ਹੈ ਨਾ, ਆਪਣੀ ਮਾਤਲੋਕ ਦੀ ਧਰਤੀ ਹੈ, ਜਿਹੜੀ ਧਰਤੀ ਤੇ ਅਸੀਂ ਰਹਿੰਦੇ ਹਾਂ, ਇਹਨੂੰ ਗੁਰੂ ਨਾਨਕ ਦੇਵ ਜੀ ਨੇ ਧਰਮਸਾਲ ਆਖਿਆ। ਵੀ ਪ੍ਰਮਾਤਮਾ ਨੇ ਇੰਨੇ ਜੀਵ ਪੈਦਾ ਕਰਕੇ ਇੰਨੀਆਂ ਚੀਜ਼ਾਂ ਬਣਾ ਕੇ ਫਿਰ ਇਹ ਧਰਤੀ ਬਣਾਈ, ਤੇ ਧਰਤੀ ਧਰਮ ਦੀ ਥਾਂ ਹੈ। ਧਰਮਸਾਲ ਮਤਲਬ ਧਰਮ ਵਾਲੀ ਥਾਂ, ਜਿੱਥੇ ਬੈਠ ਕੇ ਪ੍ਰਮਾਤਮਾ ਦਾ ਨਾਮ ਜਪਿਆ ਜਾਏ। ਇੰਨੀ ਪਵਿੱਤਰ ਧਰਤੀ ਆ। ਵੇਦਾਂ ਵਿੱਚ ਲਿਖਿਆ ਕਿ ਦੇਵਤੇ ਆਨੰਦ ਲੈਣ ਵਾਸਤੇ ਪਹਿਲਾਂ ਧਰਤੀ ਉੱਪਰ ਹੀ ਆਇਆ ਕਰਦੇ ਸਨ। ਜਿਵੇਂ ਹੁਣ ਅਸੀਂ ਜਾਂਦੇ ਨਾ ਘੁੰਮਣ ਫਿਰਨਾ, ਪਹਿਲਾਂ ਸ਼ੁਰੂ 'ਚ ਜਦੋਂ ਲੋਕਾਂ ਕੋਲ ਇੰਨੇ ਪੈਸੇ ਨਹੀਂ ਹੁੰਦੇ ਸੀ ਤਾਂ ਕੋਈ ਸ਼ਿਮਲੇ ਘੁੰਮਣ ਚਲਾ ਜਾਂਦਾ ਸੀ, ਕੋਈ ਊਟੀ ਚਲਾ ਜਾਂਦਾ ਸੀਗਾ, ਤੇ ਕੋਈ ਨੈਣੀਤਾਲ ਚਲਾ ਜਾਂਦਾ ਸੀ, ਕੋਈ ਕਿਤੇ ਘੁੰਮਣ ਚਲਾ ਜਾਂਦਾ ਸੀ। ਹੁਣ
ਲੋਕਾਂ ਕੋਲੇ ਪੈਸੇ ਵੀ ਜ਼ਿਆਦਾ ਹੋ ਗਏ ਆ ਤੇ ਫੈਸਿਲਿਟੀਜ਼ ਵੀ ਹੋ ਗਈਆਂ, ਜਹਾਜ਼ ਆ ਗਿਆ। ਹੁਣ ਲੋਕ ਆਪਣੀਆਂ ਛੁੱਟੀਆਂ ਨੂੰ ਮਨਾਉਣ ਵਾਸਤੇ, ਆਪਣੀਆਂ ਛੁੱਟੀਆਂ ਦਾ ਆਨੰਦ ਲੈਣ ਵਾਸਤੇ ਕੋਈ ਕੈਨੇਡਾ ਚਲਾ ਜਾਂਦਾ ਹੈ, ਕੋਈ ਅਮਰੀਕਾ ਚਲਾ ਜਾਂਦਾ ਹੈ, ਕੋਈ ਸਵਿਟਜ਼ਰਲੈਂਡ ਚਲਾ ਜਾਂਦਾ ਹੈ, ਕੋਈ ਨੀਦਰਲੈਂਡ ਚਲਾ ਜਾਂਦਾ ਹੈ, ਤਾਂ ਕੋਈ ਆਸਟ੍ਰੇਲੀਆ ਚਲਾ ਜਾਂਦਾ। ਇਸ ਤਰ੍ਹਾਂ ਲੋਕ ਹੁਣ ਦੂਰ ਦੂਰ ਜਹਾਜ਼ਾਂ ਦੇ ਉੱਪਰ ਚੜ੍ਹ ਕੇ ਘੁੰਮਣ ਜਾਂਦੇ ਆ, ਆਪਦੀ ਧਰਤੀ, ਪਵਿੱਤਰ ਧਰਤੀ ਨੂੰ ਛੱਡ ਕੇ। ਸਾਡੀ ਜਿਹੜੀ ਧਰਤੀ ਹੈ ਮਾਤ ਲੋਕ ਦੀ, ਇਹ ਧਰਤੀ ਪਵਿੱਤਰ ਤੇ ਚੰਗੀ ਮੰਨੀ ਗਈ ਹੈ ਤੇ ਵੇਦਾਂ ਵਿੱਚ ਲਿਖਿਆ ਹੈ ਕਿ ਜਿਹੜਾ ਅਸੀਂ ਸਵਰਗ ਲੋਕ ਕਹਿੰਦੇ ਹਾਂ, ਸਵਰਗ ਲੋਕ ਦੇ ਦੇਵਤੇ ਵੀ ਆਪਣੇ ਜੀਵਨ ਦਾ ਆਨੰਦ ਲੈਣ ਵਾਸਤੇ ਇਸ ਧਰਤੀ ਦੇ ਉੱਪਰ ਆਇਆ ਕਰਦੇ ਸਨ। ਇਸ ਦਾ ਪ੍ਰੂਫ ਹੈ ਕਿ ਇਸ ਧਰਤੀ ਦੇ ਉੱਪਰ ਕਿੱਡੇ ਕਿੱਡੇ ਵੱਡੇ ਮੰਦਿਰ ਬਣੇ ਆ। ਬ੍ਰਹਮਾ ਦਾ ਮੰਦਿਰ ਆ, ਸ਼ਿਵ ਜੀ ਦਾ ਮੰਦਿਰ, ਇੱਥੇ ਵਿਸ਼ਨੂੰ ਜੀ ਆਏ ਸੀ, ਇੱਥੇ ਲਕਸ਼ਮੀ ਨੇ ਉਹ ਕੀਤਾ ਸੀ, ਇੱਥੇ ਪਾਰਵਤੀ ਨੇ ਇੱਦਾਂ ਕੀਤਾ ਸੀ, ਇੱਥੇ ਸ਼ਿਵ ਜੀ ਨੇ ਇੱਦਾਂ ਕੀਤਾ ਸੀ, ਇੱਥੇ ਬ੍ਰਹਮਾ ਨੇ ਇੱਦਾਂ ਕੀਤਾ ਸੀ। ਸਾਰੇ ਥਾਵਾਂ ਤੇ ਉਹਨਾਂ ਦੇ ਨਾਮ ਦੇ ਮੰਦਿਰ ਬਣੇ, ਜਿੱਥੇ ਜਿੱਥੇ ਉਹ ਆ ਕੇ ਬੈਠੇ ਜਾਂ ਜੋ ਕੁਝ ਕੀਤਾ। ਤਾਂ ਇਹਦਾ ਮਤਲਬ ਕਿ ਇਹ ਧਰਤੀ ਪਵਿੱਤਰ ਹੈ, ਚੰਗੀ ਹੈ, ਰੌਣਕ ਵਾਲੀ ਹੈ, ਰਮਣੀਕ ਹੈ, ਖੁਸ਼ੀ ਦੇਣ ਵਾਲੀ ਹੈ। ਇਸ ਕਰਕੇ ਉਸ ਸਮੇਂ ਦੇ ਮਹਾਨ ਜਿਹੜੇ ਆਦਰਸ਼ ਸਨ, ਨਾਂ ਦਿਸਣ ਵਾਲੀਆਂ ਸ਼ਕਤੀਆਂ, ਤਾਕਤਾਂ ਵੀ ਇਸ ਧਰਤੀ ਉੱਪਰ ਆਇਆ ਕਰਦੀਆਂ ਸਨ। ਦੇਵਤੇ ਵੀ ਇਸ ਧਰਤੀ ਦਾ ਆਨੰਦ ਲੈਣ ਵਾਸਤੇ ਮਨੁੱਖ ਬਣਨਾ ਚਾਹੁੰਦੇ ਆ। ਦੇਵਤੇ ਵੀ ਇਸ ਧਰਤੀ ਦਾ ਆਨੰਦ ਲੈਣ ਵਾਸਤੇ ਮਨੁੱਖ ਬਣਨਾ ਚਾਹੁੰਦੇ ਆ। ਗੁਰਬਾਣੀ ਦੇ ਵਿੱਚ ਇੱਕ ਬਚਨ ਲਿਖਿਆ ਹੈ, ਵਾਹਿਗੁਰੂ ਜੀ, ਗੁਰੂ ਜੀ ਕਹਿੰਦੇ ਹਨ, ਜਿਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਤਿਗੁਰੂ ਜੀ ਕਹਿੰਦੇ, ਜਿਹੜੀ ਇਸ ਦੇਹੀ ਨੂੰ, ਇਸ ਸਰੀਰ ਨੂੰ ਪ੍ਰਾਪਤ ਕਰਨ ਵਾਸਤੇ ਦੇਵਤੇ ਹਰ ਵੇਲੇ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਦੇ ਰਹਿੰਦੇ ਕਿ ਸਾਨੂੰ ਮਨੁੱਖ ਬਣਾ ਦਿਓ ਜੀ, ਮਨੁੱਖ ਬਣਾ ਦਿਓ, ਸਾਨੂੰ ਦੇਹੀ ਦੇ ਦਿਓ, ਸਾਨੂੰ ਦੇਹੀ ਦੇ ਦਿਓ। ਗੁਰੂ ਜੀ ਕਹਿੰਦੇ, ਤੁਹਾਨੂੰ ਇਹ ਮਨੁੱਖ, ਇਹ ਜੀਵ, ਤੁਹਾਨੂੰ ਇਹ ਦੇਹੀ ਮਿਲੀ ਹੈ ਬੜੇ ਕਰਮਾਂ ਕਰਕੇ। ਸੋ ਦੇਹੀ ਭਜ, ਭਜ ਮਤਲਬ ਭਜਨ ਕਰਨਾ, ਸਿਮਰਨ ਕਰਨਾ। ਸੋ ਜਿਹੜੀ ਤੈਨੂੰ ਹੁਣ ਦੇਹੀ ਮਿਲੀ ਹੈ ਮਨੁੱਖ, ਇਸ ਦੇਹੀ ਦੇ ਨਾਲ ਤੂੰ ਪਰਮਾਤਮਾ ਦਾ ਭਜਨ ਕਰ ਤੇ ਉਸ ਪਰਮਾਤਮਾ ਦੇ ਭਗਤਾਂ ਸੰਤਾਂ ਦੀ ਤੇ ਉਸ ਦੀ ਸੇਵਾ ਕਰ। ਜਿਹੜੀ ਦੇਹੀ ਨੂੰ ਦੇਵੀ ਦੇਵਤੇ ਪ੍ਰਾਪਤ ਕਰਨ ਵਾਸਤੇ ਸਿਮਰੈ ਦੇਵ ਮਤਲਬ ਦੇਵਤੇ ਪਰਮਾਤਮਾ ਦੀ ਆਰਾਧਨਾ ਕਰਦੇ ਰਹਿੰਦੇ, ਬੇਨਤੀਆਂ ਕਰਦੇ ਰਹਿੰਦੇ, ਉਹ ਦੇਹੀ, ਇਹ ਜੀਵ ਤੈਨੂੰ ਮੁਕਤ ਦੇ ਵਿੱਚ ਮਿਲ ਗਈ ਆ। ਤੇ ਹੁਣ ਤੂੰ ਇਹ ਦੇਹ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਭਜਨ ਕਿਉਂ ਨਹੀਂ ਕਰਦਾ, ਤੂੰ ਸੇਵਾ ਕਿਉਂ ਨਹੀਂ ਕਰਦਾ? ਇਹ ਧਰਤੀ ਹੀ ਧਰਮ ਦਾ ਸਥਾਨ ਹੈ, ਜਿੱਥੇ ਰਹਿ ਕੇ ਵਾਹਿਗੁਰੂ ਦੀ ਸਹਿਜੇ ਹੀ ਪ੍ਰਾਪਤੀ ਹੋ ਜਾਂਦੀ ਹੈ। ਦੈਨ ਤਿਸ ਵਿੱਚ ਜਿਉ ਜੁਗਤ ਕੇ ਰੰਗ, ਇੱਕੋ ਵਿਸ਼ਰਾਮ ਹੈ, ਵਿੱਚ ਦੇ ਉੱਤਰ, ਵਿੱਚ ਤੇ ਵਿਸ਼ਰਾਮ ਆਊਗਾ, ਤਿਸ ਵਿੱਚ ਵਿਸ਼ਰਾਮ। ਜਿਉ ਜੁਗਤ ਕੇ ਰੰਗ, ਇਹਦਾ ਵਿਸ਼ਰਾਮ ਇੱਕੋ ਹੀ ਹੈ। ਉਚਾਰਣੇ ਦਾ ਤਕਰੀਬਨ ਠੀਕ ਹੈ, ਬਟ ਅਸੀਂ ਜੀ ਜੁਗਤ ਕੇ ਰੰਗ ਕਹਿੰਦੇ ਹਾਂ। ਇਹ ਜੀ ਜੁਗਤ ਕੇ ਰੰਗ, ਜੱਜੇ ਨੂੰ ਬਿਹਾਰੀ ਨਾਲ ਐੜਾ ਲੱਗਿਆ ਹੋਇਆ, ਸੋ ਐੜੇ ਦੀ ਸਾਊਂਡ ਵੀ ਦੇਣੀ ਆਪਾਂ ਥੋੜੀ ਜੀ। ਜਿਉ, ਤਿਸ ਵਿੱਚ ਜਿਉ ਜੁਗਤ ਕੇ ਰੰਗ, ਜਿਉ ਜੁਗਤ ਕੇ ਰੰਗ, ਜਿਉ ਜੁਗਤ ਕੇ ਰੰਗ, ਜਿਉ ਜੁਗਤ ਕੇ ਰੰਗ, ਐਦਾਂ ਬੋਲਣਾ। ਹੁਣ ਆਪਾਂ ਪੰਕਤੀ ਨੋਰਮਲੀ ਪੜ੍ਹਦੇ ਹਾਂ ਆਪਾਂ। ਤਿਸ ਵਿੱਚ ਜਿਉ ਜੁਗਤ ਕੇ ਰੰਗ ਐ ਬੋਲਣਾ ਹੈ ਨਾ, ਜੀ ਆ ਨਹੀਂ ਬੋਲਣਾ, ਆੜੇ ਨੂੰ ਕੰਨਾ ਵੀ ਨਹੀਂ ਲਾਉਣਾ, ਲੌਂਗ ਸਾਊਂਡ ਨਹੀਂ ਦੇਣੀ, ਸ਼ਾਰਟ ਟੂ ਸ਼ਾਰਟ ਸਾਊਂਡ, ਥੋੜੀ ਤੋਂ ਥੋੜੀ ਆਵਾਜ਼ ਦੇਣੀ ਹੈ। ਜਿਉ ਜੁਗਤ ਕੇ ਰੰਗ, ਇਸ ਤਰ੍ਹਾਂ। ਸੋ ਇਸ ਪੰਕਤੀ ਦਾ ਅਰਥ ਹੈ ਕਿ ਜਦੋਂ ਪ੍ਰਮਾਤਮਾ ਨੇ ਪਿੱਛੇ ਪੜ੍ਹਿਆ, ਆਪਾਂ ਮਹੀਨੇ ਬਣਾਏ, ਵਾਰ ਬਣਾਏ, ਤਿੱਥਾਂ ਬਣਾਈਆਂ, ਰੁੱਤਾਂ ਬਣਾਈਆਂ, ਤੇ ਫਿਰ ਉਸ ਨੇ ਉਸ ਦੇ ਵਿੱਚ ਹਵਾ, ਪਾਣੀ, ਅੱਗ, ਦੁਨੀਆ ਬਣਾਈ,
ਫਿਰ ਉਸ ਪ੍ਰਮਾਤਮਾ ਨੇ ਧਰਤੀ ਬਣਾਈ। ਤਾਂ ਫਿਰ ਇੰਨਾ ਕੁਛ ਕਰਨ ਤੋਂ ਬਾਅਦ ਤਿਸ ਵਿੱਚ ਜੋ ਜੁਗਤ ਕੇ ਰੰਗ ਵੀ ਫਿਰ ਪ੍ਰਮਾਤਮਾ ਨੇ ਇਸ ਧਰਤੀ ਉੱਤੇ ਕਈ ਤਰ੍ਹਾਂ ਦੇ ਅਤੇ ਕਈ ਰੰਗਾਂ ਦੇ ਜੀਵਾਂ ਨੂੰ ਪੈਦਾ ਕੀਤਾ। ਆਪਾਂ ਦੇਖਦੇ ਹਾਂ ਨਾ, ਦੇਖੋ ਇਸ ਧਰਤੀ ਤੇ ਕਿੰਨੇ ਤਰ੍ਹਾਂ ਦੇ ਜੀਵ ਹੈ। ਕੀੜੇ ਮਕੌੜੇ ਕਿੰਨੇ ਤਰ੍ਹਾਂ ਦੇ ਆ, ਪੰਛੀ ਕਿੰਨੇ ਤਰ੍ਹਾਂ ਦੇ ਆ, ਪਸ਼ੂ ਕਿੰਨੇ ਤਰ੍ਹਾਂ ਦੇ ਆ, ਮਨੁੱਖ ਕਿੰਨੇ ਤਰ੍ਹਾਂ ਦੇ ਆ, ਕਾਲੇ ਗੋਰੇ ਵਗੈਰਾ ਵਗੈਰਾ। ਕੋਈ ਕਾਣਾ ਹੈ, ਕੋਈ ਟੇਢਾ ਹੈ, ਕੋਈ ਲੰਗੜਾ, ਕਿਸੇ ਦੀ ਬਾਂਹ ਹੈ ਨਹੀਂ, ਕਿਸੇ ਦੀ ਲੱਤ ਹੈ ਨਹੀਂ, ਕਿਸੇ ਦੀ ਅੱਖ ਹੈ ਨਹੀਂ, ਹਾਂਜੀ। ਕੋਈ ਕਿੱਦਾਂ ਤੁਰਦਾ ਹੈ, ਕੋਈ ਕਿਵੇਂ ਕਰਦਾ ਹੈ, ਕੋਈ ਕੀ ਖਾਂਦਾ ਹੈ, ਕਿਸੇ ਨੂੰ ਕੀ ਪਸੰਦ ਹੈ, ਕਿਸੇ ਨੂੰ ਕੀ ਪਸੰਦ ਹੈ, ਖਾਣਾ ਪਹਿਨਣਾ ਰਹਿਣਾ, ਹੈ। ਕਿੰਨੇ ਹੀ ਤਰ੍ਹਾਂ ਦੇ ਜੀਵ ਹੋ ਗਏ। ਫਿਰ ਗੁਰੂ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਰੰਗ ਵੀ ਸਾਰਿਆਂ ਦੇ ਵੱਖਰੇ ਵੱਖਰੇ ਆ। ਪੰਛੀ ਦੇਖ ਲਓ ਕਿੰਨੇ ਰੰਗਾਂ ਦੇ ਆ, ਕਿੰਨੇ ਹੀ ਰੰਗ ਆ ਕਿ ਅਸੀਂ ਉਹ ਪੰਛੀਆਂ ਦੇ ਰੰਗਾਂ ਨੂੰ ਗਿਣਦਿਆਂ ਗਿਣਦਿਆਂ ਥੱਕ ਜਾਂਦੇ ਆ। ਕਿਹੜਾ ਪੰਛੀ ਕਿਹੜੇ ਰੰਗ ਦਾ, ਤੋਤਾ ਹਰੇ ਰੰਗ ਦਾ, ਘੁੱਗੀ ਬਰਾਊਨ ਰੰਗ ਦੀ ਆ, ਮੋਰ ਨੀਲੇ ਰੰਗ ਦਾ, ਇਸੇ ਤਰ੍ਹਾਂ ਚਿੜੀ ਦੀ ਲਾਲ ਰੰਗ ਦੀ ਹੁੰਦੀ ਆ, ਕਾਂ ਕਾਲੇ ਰੰਗ ਦਾ ਹੈ ਨਾ। ਇਸ ਤਰ੍ਹਾਂ ਕਿੰਨੇ ਹੀ ਰੰਗ ਹਨ ਜੀਵਾਂ ਦੇ, ਮਨੁੱਖਾਂ ਵਿੱਚ, ਪੰਛੀਆਂ ਵਿੱਚ ਕਿੰਨੇ ਹੀ ਰੰਗ ਹੈ। ਇਸ ਵਿੱਚ ਜਿਉ ਜੁਗਤ ਕੇ ਰੰਗ, ਕਿੰਨੇ ਹੀ ਤਰ੍ਹਾਂ ਦੇ ਜੀਵ ਹਨ ਅਤੇ ਕਿੰਨੇ ਹੀ ਤਰ੍ਹਾਂ ਦੇ ਉਹਨਾਂ ਦੇ ਰੰਗ ਹਨ ਜਿਹੜੇ ਸਾਡੇ ਕੋਲੋਂ ਗਿਣੇ ਨਹੀਂ ਜਾ ਸਕਦੇ। ਤਾਂ ਗੁਰੂ ਜੀ ਕਹਿੰਦੇ ਵੀ ਉਸ ਵਾਹਿਗੁਰੂ ਨੇ ਧਰਤੀ ਉੱਤੇ ਕਈ ਤਰ੍ਹਾਂ ਦੇ ਅਤੇ ਕਈ ਰੰਗਾਂ ਦੇ ਜੀਵਾਂ ਨੂੰ ਫਿਰ ਬਣਾ ਦਿੱਤਾ। ਧਰਤੀ ਬਣਾ ਕੇ ਉਹਦੇ ਉੱਤੇ ਰਹਿਣ ਵਾਸਤੇ ਕਿੰਨੇ ਜੀਵ, ਕਿੰਨੇ ਤਰ੍ਹਾਂ ਦੇ, ਕਿੰਨੇ ਰੰਗਾਂ ਦੇ। ਤਿਨਕੇ ਨਾਮ ਅਨੇਕ ਅਨੰਤ, ਨਾਮ ਦੇ ਉੱਤੇ ਵਿਸ਼ਰਾਮ ਆਊਗਾ। ਤਿਨਕੇ ਨਾਮ ਵਿਸ਼ਰਾਮ, ਅਨੇਕ ਅਨੰਤ, ਉਚਾਰਨ ਠੀਕ ਹੈ। ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਉਸ ਪ੍ਰਮਾਤਮਾ ਨੇ ਧਰਤੀ ਬਣਾ ਕੇ ਫਿਰ ਉੱਤੇ ਕਿੰਨੇ ਤਰ੍ਹਾਂ ਦੇ ਜੀਵ, ਕਿੰਨੇ ਰੰਗਾਂ ਦੇ ਜੀਵ ਪੈਦਾ ਕੀਤੇ। ਤੇ ਫਿਰ ਉਹਨਾਂ ਦੇ ਜਿਹੜੇ ਪ੍ਰਮਾਤਮਾ ਨੇ ਜੀਵ ਪੈਦਾ ਕੀਤੇ, ਜਿਨ੍ਹਾਂ ਨੇ ਅਨੇਕਾਂ ਤਰ੍ਹਾਂ, ਜਿਨ੍ਹਾਂ ਦੇ ਅਨੇਕਾਂ ਤਰ੍ਹਾਂ ਦੇ ਨਾਮ ਹਨ ਜੋ ਗਿਣੇ ਨਹੀਂ ਜਾ ਸਕਦੇ। ਤਿਨਕੇ ਨਾਮ, ਉਹਨਾਂ ਦੇ ਨਾਮ, ਅਨੇਕ ਅਨੰਤ, ਅਨੇਕ ਮਤਲਬ ਕਿੰਨੇ ਹੀ ਤਰ੍ਹਾਂ ਦੇ ਉਹਨਾਂ ਦੇ ਨਾਮ ਹਨ। ਅਨੰਤ ਮੀਨਸ ਜਿਹੜੇ ਗਿਣੇ ਨਹੀਂ ਜਾ ਸਕਦੇ। ਅਨੇਕ ਮੀਨਸ ਬਹੁਤ ਤਰ੍ਹਾਂ ਦੇ, ਅਨੰਤ ਮੀਨਸ ਜਿਹੜੇ ਗਿਣੇ ਨਹੀਂ ਜਾ ਸਕਦੇ। ਜਿਵੇਂ ਪਸ਼ੂ, ਪੰਛੀ, ਮਨੁੱਖ, ਧਰਤੀ ਤੇ ਰੇਂਗਣ ਵਾਲੇ ਜੀਵ, ਧਰਤੀ ਦੀ ਰੇਤ ਵਿੱਚ ਬਰੀਕ ਜੰਤੂ, ਪਹਾੜਾਂ ਵਿੱਚ ਰਹਿਣ ਵਾਲੇ ਜੀਵ, ਪਾਣੀ ਵਿੱਚ ਰਹਿਣ ਵਾਲੇ ਜੀਵ, ਕਿੰਨੇ ਤਰ੍ਹਾਂ ਦੇ ਜੀਵ ਆ ਤੇ ਉਹਨਾਂ ਦੇ ਨਾਮ ਵੀ ਵੱਖਰੇ ਵੱਖਰੇ ਆ। ਕਿੰਨੇ ਹੀ ਤਰ੍ਹਾਂ ਦੇ ਪ੍ਰਮਾਤਮਾ ਨੇ ਫਲ ਫਰੂਟ ਬਣਾਏ ਹਨ, ਉਹਨਾਂ ਦੇ ਕਿੰਨੇ ਹੀ ਤਰ੍ਹਾਂ ਦੇ ਰੰਗ ਆ। ਸੇਬ ਦਾ ਰੰਗ ਹੋਰ ਹੈ, ਸੰਤਰੇ ਦਾ ਹੋਰ ਰੰਗ ਹੈ, ਕੇਲੇ ਦਾ ਹੋਰ ਰੰਗ ਹੈ, ਹਨਾ। ਇਸ ਤਰ੍ਹਾਂ ਜਿੰਨੇ ਫਰੂਟ ਹੈ, ਕੀਵੀ ਦਾ ਹੋਰ ਰੰਗ ਹੈ, ਐਵੋਕਾਡੋ ਦਾ ਹੋਰ ਰੰਗ ਹੈ। ਇਹਨਾਂ ਦੇ ਰੰਗਾਂ ਦੇ ਨਾਲ ਨਾਲ ਪ੍ਰਮਾਤਮਾ ਨੇ ਇਹ ਜੋ ਧਰਤੀ ਬਣਾਈ ਹੈ, ਇਸ ਧਰਤੀ ਦੇ ਵਿੱਚ ਹੀ ਕਈ ਤਰ੍ਹਾਂ ਦੇ ਰੰਗ ਪਏ ਆ। ਇਸ ਧਰਤੀ ਦੇ ਵਿੱਚ ਕਈ ਤਰ੍ਹਾਂ ਦੇ ਟੇਸਟ ਹੈ। ਅਸੀਂ ਹੁਣ ਧਰਤੀ ਨੂੰ ਵੈਸੇ ਰੇਤਾ ਚੁੱਕ ਕੇ ਧਰਤੀ ਦੀ ਮਿੱਟੀ ਮੂੰਹ 'ਚ ਪਾ ਲਈਏ ਤਾਂ ਫਿਰ ਸਾਨੂੰ ਇੱਕੋ ਹੀ ਸਵਾਦ ਆਊਗਾ। ਅਗਰ ਜੇ ਉਸ ਧਰਤੀ ਦੇ ਵਿੱਚੋਂ ਆਪਾਂ ਟੇਸਟ ਲੈਣਾ ਤੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਯੂਜ ਕਰਨਾ ਪਊ, ਮਿਹਨਤ ਕਰਨੀ ਪਊ। ਜਿਵੇਂ ਅਸੀਂ ਅੰਬ ਦਾ ਟਰੀ ਲਾਇਆ ਤਾਂ ਫਿਰ ਉਹ ਟਰੀ ਵੱਡਾ ਹੋ ਕੇ ਉਸ ਨੂੰ ਫਰੂਟ ਲੱਗਿਆ। ਉਸ ਫਰੂਟ ਦਾ ਕਲਰ ਯੈਲੋ। ਉਸ ਫਰੂਟ ਨੂੰ ਕਲਰ ਕਿਸੇ ਬੰਦੇ ਨੇ ਨਹੀਂ ਕੀਤਾ, ਉਸ ਫਰੂਟ ਨੂੰ ਕਲਰ ਦਿੱਤਾ ਪ੍ਰਮਾਤਮਾ ਨੇ। ਉਹ ਕਲਰ ਵੀ ਧਰਤੀ ਦੇ ਵਿੱਚੋਂ ਨਿਕਲਿਆ। ਗ੍ਰੀਨ ਟਰੀ ਦੇ ਵਿੱਚ ਯੈਲੋ ਕਲਰ ਦਾ ਫਰੂਟ, ਫਿਰ ਉਹਦੇ ਵਿੱਚ ਰਸ, ਜਿਹੜਾ ਉਹਦਾ ਰਸ ਹੈ ਲਿਕੁਇਡ, ਉਹ ਮਿੱਠਾ ਖੱਟਾ, ਖੱਟਾ ਮਿੱਠਾ ਟੇਸਟ ਆ ਉਹਦਾ।
ਦੇਖੋ ਮਿਹਨਤ ਕੀਤੀ, ਟਰੀ ਲਾਇਆ ਧਰਤੀ ਦੇ ਵਿੱਚ, ਧਰਤੀ ਵਿੱਚ ਰੰਗ ਨਿਕਲਿਆ, ਧਰਤੀ ਵਿੱਚੋਂ ਹੀ ਉਸ ਦਾ ਟੇਸਟ ਨਿਕਲਿਆ। ਇਸੇ ਤਰ੍ਹਾਂ ਇਹ ਸਰੀਰ ਆ ਨਾ ਸਾਡਾ ਜਿਹੜਾ, ਇਹਦੇ ਵਿੱਚੋਂ ਹੀ ਰੱਬ ਦਾ ਰੰਗ ਨਿਕਲਦਾ, ਵਿੱਚੋਂ ਹੀ ਰੱਬ ਦੇ ਪਿਆਰ ਦਾ ਰਸ ਨਿਕਲਦਾ। ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕੀਤੇ, ਅਨੇਕਾਂ ਰੰਗਾਂ ਦੇ ਜੀਵ ਪੈਦਾ ਕੀਤੇ, ਅਨੇਕਾਂ ਨਾਵਾਂ ਦੇ ਜੀਵ ਪੈਦਾ ਕੀਤੇ। ਫਿਰ ਅੱਗੇ ਕਹਿੰਦੇ ਹਨ, ਕਰਮੀ ਕਰਮੀ ਹੋਏ ਵਿਚਾਰ। ਇਹ ਕੋਈ ਵਿਸ਼ਰਾਮ ਆਊਗਾ ਇੱਥੇ, ਕਰਮੀ ਕਰਮੀ ਵਿਸ਼ਰਾਮ, ਹੋਏ ਵਿਚਾਰ, ਉਚਾਰਨ ਠੀਕ ਹੈ, ਵਿਚਾਰ ਕਹਿਣਾ, ਵਿਚਾਰ, ਕਰਮੀ ਕਰਮੀ ਹੋਏ ਵਿਚਾਰ, ਵਿਚਾਰ ਨਹੀਂ ਕਹਿਣਾ, ਵਿਚਾਰ। ਸੋ ਇਸ ਤਰ੍ਹਾਂ ਇਸ ਪੰਕਤੀ ਦਾ ਅਰਥ ਹੈ, ਜਦੋਂ ਪ੍ਰਮਾਤਮਾ ਨੇ ਅਨੇਕਾਂ ਤਰ੍ਹਾਂ ਦੇ, ਅਨੇਕਾਂ ਰੰਗਾਂ ਦੇ ਤੇ ਅਨੇਕਾਂ ਨਾਮਾਂ ਵਾਲੇ ਜੀਵ ਪੈਦਾ ਕੀਤੇ, ਅਤੇ ਫਿਰ ਵਾਹਿਗੁਰੂ ਉਹਨਾਂ ਸਾਰੇ ਜੀਵਾਂ ਦੇ ਕੀਤੇ ਹੋਏ ਕੰਮਾਂ ਦੀ ਅਤੇ ਜਿਉਣ ਦੇ ਤਰੀਕਿਆਂ ਦੀ ਵਿਚਾਰ ਕਰਕੇ ਫੈਸਲਾ ਕਰਦਾ। ਪ੍ਰਮਾਤਮਾ ਨੇ ਇੰਨੀ ਤਰ੍ਹਾਂ ਦੇ ਜੀਵ ਪੈਦਾ ਕੀਤੇ, ਇੰਨੀ ਤਰ੍ਹਾਂ ਰੰਗਾਂ ਦੇ ਜੀਵ ਪੈਦਾ ਕੀਤੇ, ਫਿਰ ਉਹ ਪ੍ਰਮਾਤਮਾ ਸਾਰੇ ਜੀਵਾਂ ਨੂੰ ਪੈਦਾ ਕਰਕੇ ਦੇਖਦਾ ਹੈ ਆਪਣੀ ਜਗ੍ਹਾ ਤੇ, ਜਿਸ ਨੂੰ ਸੱਚਖੰਡ ਕਹਿੰਦੇ ਪ੍ਰਮਾਤਮਾ। ਉਹ ਬੈਠਾ ਹੋਇਆ ਸਾਰੇ ਜੀਵਾਂ ਦੇ ਕਰਮਾਂ ਨੂੰ ਦੇਖਦਾ ਹੈ, ਕੋਈ ਕਿਵੇਂ ਕਰੀ ਜਾਂਦਾ, ਕੋਈ ਕਿਵੇਂ ਕਰੀ ਜਾਂਦਾ, ਕੋਈ ਪਾਪ ਕਰੀ ਜਾਂਦਾ, ਕੋਈ ਪੁੰਨ ਕਰੀ ਜਾਂਦਾ, ਕੋਈ ਨਿੰਦਿਆ ਕਰੀ ਜਾਂਦਾ, ਕੋਈ ਕਿਸੇ ਦਾ ਜਸ ਕਰੀ ਜਾਂਦਾ, ਕੋਈ ਮਾੜਾ ਕਰੀ ਜਾਂਦਾ, ਕੋਈ ਚੰਗਾ ਕਰੀ ਜਾਂਦਾ। ਉਹ ਪ੍ਰਮਾਤਮਾ ਆਪਣੇ ਬਣਾਏ ਹੋਏ ਜੀਵਾਂ ਨੂੰ ਦੇਖਦਾ ਹੈ, ਤੇ ਉਹਨਾਂ ਦੇ ਜੋ ਜਿਉਣ ਦੇ ਤਰੀਕੇ ਹਨ, ਉਹਨਾਂ ਦੇ ਕੰਮ ਕਰਨ ਦੇ ਤਰੀਕੇ ਹਨ ਜੋ ਜੀਵਾਂ ਦੇ, ਉਹਨਾਂ ਨੂੰ ਉਹ ਦੇਖਦਾ ਰਹਿੰਦਾ। ਦੇਖ ਦੇਖ ਕੇ ਫਿਰ ਉਹ ਫੈਸਲਾ ਕਰਦਾ ਵੀ ਇਹਨੇ ਆਹ ਕੀਤਾ, ਇਹਨੇ ਆਹ ਕੀਤਾ। ਉਹ ਫੈਸਲੇ ਕਰਦਾ, ਨੋਟ ਕਰਦਾ, ਫਿਰ ਉਹਦਾ ਡਿਸੀਜ਼ਨ ਲੈਂਦਾ। ਤਾਂ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਹਨ, ਸੱਚਾ ਆਪ ਸੱਚਾ ਦਰਬਾਰ। ਆਪ ਦੇ ਉੱਪਰ ਵਿਸ਼ਰਾਮ ਆਊਗਾ, ਸੱਚਾ ਆਪ ਵਿਸ਼ਰਾਮ, ਸੱਚਾ ਦਰਬਾਰ। ਉਚਾਰਨ ਇਹਦਾ ਠੀਕ ਹੈ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਆਪਣੇ ਜੀਵਾਂ ਨੂੰ ਵਾਹਿਗੁਰੂ ਆਪ ਪੈਦਾ ਕਰਕੇ ਫਿਰ ਉਹਨਾਂ ਦੇ ਕੀਤੇ ਹੋਏ ਕਰਮਾਂ ਨੂੰ ਵਿਚਾਰਦਾ ਹੈ, ਤੇ ਵਿਚਾਰ ਕੇ ਉਹਨਾਂ ਦੇ ਜਿਉਣ ਦੇ ਤਰੀਕਿਆਂ ਨੂੰ ਦੇਖ ਦੇਖ ਕੇ ਫਿਰ ਡਿਸੀਜਨ ਲੈਂਦਾ, ਫੈਸਲੇ ਕਰਦਾ ਹੈ। ਫਿਰ ਉਹ ਵਾਹਿਗੁਰੂ ਆਪ ਵੀ ਸੱਚਾ ਹੈ ਤੇ ਨਿਆਂ ਕਰਨ ਵਾਲਾ ਉਸ ਦਾ ਦਰਬਾਰ ਵੀ ਸੱਚਾ ਹੈ। ਉਹ ਜਦੋਂ ਫੈਸਲੇ ਲੈਂਦਾ, ਡਿਸੀਜਨ ਲੈਂਦਾ ਸਾਡੇ ਕਰਮਾਂ ਨੂੰ ਦੇਖ ਕੇ, ਜੋ ਉਸ ਦੀ ਕੋਰਟ ਹੈ, ਜੋ ਉਸ ਦੀ ਅਦਾਲਤ ਹੈ ਵਾਹਿਗੁਰੂ ਦੀ, ਉਹ ਸੱਚੀ ਹੈ। ਉਸ ਦੀ ਕੋਰਟ, ਉਸ ਦਾ ਦਰਬਾਰ ਵੀ ਸੱਚਾ ਹੈ, ਉਹ ਆਪ ਵੀ ਸੱਚਾ ਹੈ, ਤੇ ਉਹਦਾ ਜੋ ਨਿਆਂ ਹੈ ਉਹ ਵੀ ਸੱਚਾ ਹੈ। ਉਹ ਕਿਸੇ ਦੇ ਦਬਾਅ ਥੱਲੇ ਆ ਕੇ ਕੋਈ ਡਿਸੀਜਨ ਫੈਸਲਾ ਨਹੀਂ ਲੈਂਦਾ। ਉਹ ਸਾਡੇ ਮੁਲਕ ਦੀ, ਇਸ ਧਰਤੀ ਦੀ ਕੋਰਟ ਵਾਂਗੂ ਕਿ ਉਹ ਗਵਾਹ ਲੈਂਦੀ ਹੈ। ਕਿਸੇ ਨੇ ਗਲਤ ਬੰਦੇ ਦੇ ਨਾਲ, ਕਿਸੇ ਨੇ ਹੱਕ ਵਿੱਚ 10 ਬੰਦਿਆਂ ਨੇ ਬਿਆਨ ਦੇ ਦਿੱਤਾ, ਤੇ ਗਲਤ ਬੰਦੇ ਨੂੰ ਜੱਜ ਕਹਿ ਦਿੰਦਾ ਜੀ ਆਹ 10 ਬੰਦਿਆਂ ਨੇ ਬਿਆਨ ਦਿੱਤਾ, ਇਹ ਬੰਦਾ ਸਹੀ ਹੈ, ਇਹਨੂੰ ਛੱਡਤਾ। ਐ ਵੀ ਨਹੀਂ ਕਰਦਾ। ਉਹਦਾ ਆਪਣੀ ਵਕੀਲ ਹੈ, ਉਹ ਆਪ ਹੀ ਗਵਾਹ ਹੈ, ਆਪ ਹੀ ਡਿਸੀਜਨ ਲੈਣ ਵਾਲਾ, ਉਹਦੀ ਆਪਣੀ ਕੋਰਟ ਹੈ, ਸਭ ਕੁਝ ਸੱਚਾ ਹੀ ਸੱਚਾ ਹੈ। ਤਾਂ ਗੁਰੂ ਮਹਾਰਾਜ ਜੀ ਕਹਿੰਦੇ ਹਨ, ਤਿੱਥੈ ਸੋਹਣ ਪੰਜ ਪ੍ਰਵਾਨ। ਸੋਹਣ ਦੇ ਉੱਪਰ ਵਿਸ਼ਰਾਮ ਆਊਗਾ, ਤਿੱਥੈ ਸੋਹਣ ਵਿਸ਼ਰਾਮ, ਪੰਜ ਪ੍ਰਵਾਨ। ਉਚਾਰਨ ਠੀਕ ਹੈ ਇਹਦਾ। ਸੋ ਇਸ ਪੰਕਤੀ ਦਾ ਅਰਥ ਹੈ ਤਿੱਥੈ ਸੋਹਣ। ਤਿੱਥੈ ਮੀਨਸ ਉੱਥੇ, ਤੇ ਸੋਹਣ ਮੀਨਸ ਸੋਹਣੇ ਲੱਗਦੇ। ਤਾਂ ਉਸ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਕੌਣ ਸੋਹਣੇ ਲੱਗਦੇ ਆ, ਕੌਣ ਸੋਭਾ ਪਾਉਂਦੇ ਆ? ਗੁਰੂ ਮਹਾਰਾਜ ਜੀ ਕਹਿੰਦੇ ਪੰਜ ਪ੍ਰਵਾਨ। ਉਹਦੀ ਅਦਾਲਤ ਦੇ ਵਿੱਚ, ਉਹਦੇ ਦਰਬਾਰ ਦੇ ਵਿੱਚ ਨਾਮ ਜਪਣ ਵਾਲੇ ਸਾਧੂ ਸੰਤ, ਮਹਾਂਪੁਰਖ, ਗੁਰਮੁਖ ਪਿਆਰੇ, ਭਲੇ ਪੁਰਸ਼ ਸੁੰਦਰ ਲੱਗਦੇ ਆ, ਭਾਵ ਸੋਭਾ ਪਾਉਂਦੇ ਆ। ਉੱਥੇ ਪੰਚ ਮੀਨਸ ਗੁਰਮੁਖ ਜਨ,
ਸਾਧੂ ਸੰਤ। ਪ੍ਰਵਾਨ ਮੀਨਸ ਕਬੂਲ। ਉਸ ਦੇ ਦਰਬਾਰ ਦੇ ਵਿੱਚ ਕਬੂਲ ਭਾਵ ਸੋਭਾ ਕੌਣ ਪਾਉਂਦੇ ਹਨ? ਜੋ ਨਾਮ ਜਪਣ ਵਾਲੇ ਹਨ, ਸਾਧੂ ਹਨ, ਸੰਤ ਹਨ, ਗੁਰਮੁਖ ਹਨ। ਦੈਨ ਨਦਰੀ ਕਰਮ ਪਵੈ ਨਿਸ਼ਾਨ। ਕਰਮ ਦੇ ਉੱਪਰ ਵਿਸ਼ਰਾਮ ਆਊਗਾ। ਨਦਰੀ ਕਰਮ ਵਿਸ਼ਰਾਮ ਪਵੈ ਨਿਸ਼ਾਨ। ਉਚਾਰਨ ਇਹਦਾ ਠੀਕ ਹੈ। ਪਵੇ ਨਹੀਂ ਕਹਿਣਾ, ਪਵੈ ਕਹਿਣਾ। ਵਾਵੇ ਨੂੰ ਦੋ ਲਾਵਾਂ ਲੱਗੀਆਂ। ਪਵੈ ਨਿਸ਼ਾਨ, ਪਵੇ ਨਹੀਂ ਆਖਣਾ। ਪਵੇ ਨਿਸ਼ਾਨ ਨਹੀਂ ਕਹਿਣਾ, ਪਵੈ ਨਿਸ਼ਾਨ। ਇਸ ਤਰ੍ਹਾਂ ਸੋ ਇਸ ਪੰਕਤੀ ਦਾ ਅਰਥ ਹੈ ਕਿ ਉਹਨਾਂ ਉੱਪਰ ਵਾਹਿਗੁਰੂ ਦੀ ਮਿਹਰ ਦਾ ਚਿੰਨ੍ਹ ਭਾਵ ਨਿਸ਼ਾਨ ਪੈ ਜਾਂਦਾ। ਜਿਹੜੇ ਨਾਮ ਜਪਦੇ ਹਨ, ਨਾਮ ਜਪਣ ਵਾਲੇ ਹਨ, ਉਹ ਵਾਹਿਗੁਰੂ ਦੇ ਦਰਬਾਰ ਦੇ ਵਿੱਚ ਸ਼ੋਭਾ ਪਾਉਂਦੇ ਹਨ, ਚੰਗੇ ਲੱਗਦੇ ਹਨ ਤੇ ਉਹਨਾਂ ਉੱਪਰ ਵਾਹਿਗੁਰੂ ਦੀ ਮਿਹਰ ਦਾ ਚਿੰਨ੍ਹ ਭਾਵ ਨਿਸ਼ਾਨ ਲੱਗ ਜਾਂਦਾ ਹੈ, ਲੋਗੋ ਲੱਗ ਜਾਂਦਾ ਉਸ ਦੇ ਨਾਮ ਦਾ। ਜਿਵੇਂ ਦਰਬਾਰ ਦੇ ਵਿੱਚ ਜਿਹੜੇ ਖਾਸ ਬੰਦੇ ਹੁੰਦੇ ਹਨ, ਮੇਨ ਬੰਦੇ ਹੁੰਦੇ ਹਨ, ਉਹਨਾਂ ਦੇ ਸਾਰਿਆਂ ਦੇ ਹੀ ਨਿਸ਼ਾਨ ਲੱਗੇ ਹੁੰਦੇ ਆ। ਉਹਨਾਂ ਦੇ ਜੇਬ ਤੇ, ਪਗੜੀ ਦੇ ਉੱਪਰ, ਕਿਤੇ ਵੀ ਕੋਈ ਨਾ ਕੋਈ ਅਪਰੂਵਲ ਨਿਸ਼ਾਨ ਲੱਗਿਆ ਹੁੰਦਾ ਕਿ ਵੀ ਇਹ ਦਰਬਾਰ ਦਾ ਖਾਸ ਬੰਦਾ ਹੈ। ਜਿਵੇਂ ਅਸੀਂ ਕੋਈ ਫੰਕਸ਼ਨ ਕਰਦੇ ਹਾਂ ਤਾਂ ਜੋ ਸੈਲੀਬ੍ਰਿਟੀ ਬੰਦੇ ਹੁੰਦੇ ਹਨ, ਮੇਨ ਬੰਦੇ ਹੁੰਦੇ ਹਨ, ਉਸ ਪ੍ਰੋਗਰਾਮ ਨੂੰ ਕਰ ਰਹੇ ਹੁੰਦੇ ਹਨ, ਉਹਨਾਂ ਸਾਰਿਆਂ ਦੀਆਂ ਜੇਬਾਂ ਦੇ ਉੱਪਰ ਉਹ ਰੰਗਦਾਰ ਬਿੱਲੇ ਲੱਗੇ ਹੁੰਦੇ ਆ, ਨਿਸ਼ਾਨ ਲੱਗੇ ਹੁੰਦੇ ਹਨ, ਟੈਗ ਲੱਗੇ ਹੁੰਦੇ ਆ। ਤਾਂ ਉਹ ਟੈਗ ਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਇਸ ਪ੍ਰੋਗਰਾਮ ਦਾ ਬੰਦਾ ਹੈ, ਸੈਲੀਬ੍ਰਿਟੀ ਬੰਦਾ ਹੈ, ਖਾਸ ਬੰਦਾ ਹੈ ਨਾ। ਇਸੇ ਤਰ੍ਹਾਂ ਸੱਚੇ ਦਰਬਾਰ ਦੇ ਵਿੱਚ ਜਿਹੜੇ ਸੰਤ ਭਗਤ ਨਾਮ ਜਨ ਹਨ, ਗੁਰਮੁਖ ਜਨ ਹਨ, ਉਹ ਸੱਚੇ ਦਰਬਾਰ ਦੇ ਵਿੱਚ ਰਹਿਣ ਵਾਲੇ, ਸ਼ੋਭਾ ਪਾਉਣ ਵਾਲੇ, ਜਿਨ੍ਹਾਂ ਦੇ ਉੱਪਰ, ਮਸਤਕ ਦੇ ਉੱਪਰ ਪਰਮਾਤਮਾ ਦੇ ਨਾਮ ਦਾ ਨਿਸ਼ਾਨ ਪਿਆ ਹੁੰਦਾ ਹੈ। ਨਿਸ਼ਾਨ ਮੀਨਸ ਉਹਨਾਂ ਦੇ ਬੋਲਣ ਦਾ ਤਰੀਕਾ, ਨਿਸ਼ਾਨ ਮੀਨਸ ਉਹਨਾਂ ਦੇ ਚਿਹਰੇ ਦੀ ਲਾਲੀ, ਨਿਸ਼ਾਨ ਮੀਨਸ ਉਹਨਾਂ ਦਾ ਪਿਆਰ, ਨਿਸ਼ਾਨ ਮੀਨਸ ਉਹਨਾਂ ਦੇ ਚਿਹਰੇ ਉੱਪਰ ਲੱਗਿਆ ਹੋਇਆ ਨਾਮ ਦਾ ਰੰਗ, ਨਿਸ਼ਾਨ ਮੀਨਸ ਉਹਨਾਂ ਦੀ ਜੀਵਨ ਕਿਰਿਆ, ਜੋ ਰਹਿਣ ਸਹਿਣ ਦਾ ਤਰੀਕਾ। ਉੱਥੋਂ ਅਸੀਂ ਪਤਾ ਲਾਉਣੇ ਵੀ ਇਹ ਭਲਾ ਪੁਰਸ਼ ਹੈ, ਰੱਬ ਦੀ ਰੰਗੀ ਰੂਹ ਹੈ, ਰੱਬ ਦੇ ਨਾਮ ਵਿੱਚ ਰੰਗੀ ਹੋਈ ਰੂਹ ਹੈ। ਇਹੋ ਜਿਹੇ ਨਿਸ਼ਾਨ ਪੈਂਦੇ ਹਨ, ਫਿਰ ਉਹ ਸ਼ੋਭਾ ਪਾਉਂਦੇ ਹਨ। ਸੋ ਉਹ ਪ੍ਰਵਾਨ ਹੋ ਜਾਂਦੇ ਆ। ਜਿਵੇਂ ਗੁਰੂ ਜੀ ਜਾਂ ਕੋਈ ਰਾਜਾ ਉਪਹਾਰ ਵਿੱਚ ਦਿੱਤੀ ਗਈ ਕਿਸੇ ਵਸਤੂ ਨੂੰ ਦੇਖ ਕੇ ਉਸ ਉੱਪਰ ਹੱਥ ਲਾ ਕੇ ਪ੍ਰਵਾਨ ਕਰ ਲੈਂਦਾ। ਜਿਵੇਂ ਗੁਰੂ ਜੀ ਕੋਲੇ ਭੇਟਾ ਲੈ ਕੇ ਜਾਂਦੇ ਸੀ ਸਿੱਖ, ਤਾਂ ਸਤਿਗੁਰੂ ਜੀ ਉਸ ਦੇ ਉੱਪਰ ਹੱਥ ਰੱਖ ਕੇ ਉਹਨੂੰ ਪ੍ਰਵਾਨ ਕਰ ਲੈਂਦੇ ਸੀ, ਟੱਚ ਕਰਕੇ, ਛੋਹ ਕੇ। ਜਿਵੇਂ ਕੋਈ ਰਾਜੇ ਕੋਲੇ ਜਾਈਏ ਉਪਹਾਰ ਲੈ ਕੇ, ਗਿਫਟ ਲੈ ਕੇ, ਤਾਂ ਰਾਜਾ ਉਸ ਨੂੰ ਇੱਕ ਵਾਰੀ ਆਪਣੇ ਹੱਥ ਵਿੱਚ ਫੜ ਕੇ ਜਾਂ ਆਪਣਾ ਹੱਥ ਲੈ ਕੇ ਉਸ ਨੂੰ ਪ੍ਰਵਾਨ ਕਰ ਲੈਂਦਾ, ਐਕਸੈਪਟ ਕਰ ਲੈਂਦਾ, ਤੇ ਫਿਰ ਭਾਵੇਂ ਥੱਲੇ ਰੱਖ ਦੇਵੇ। ਆਪਾਂ ਕਿਸੇ ਦੀ ਪਾਰਟੀ ਵਿੱਚ ਜਾਂਦੇ ਹਾਂ, ਗਿਫਟ ਲੈ ਕੇ ਜਾਂਦੇ ਹਾਂ, ਅਗਲੇ ਦੇ ਹੱਥ ਵਿੱਚ ਫੜਾਉਣੇ ਆ, ਤਾਂ ਉਹ ਫੜ ਕੇ ਫਿਰ ਰੱਖ ਦਿੰਦਾ, ਮਤਲਬ ਉਸਨੇ ਮਨਜ਼ੂਰ ਕਰ ਲਿਆ। ਇੱਕ ਬੰਦੇ ਦੇ ਗਲ ਵਿੱਚ ਹਾਰ ਪਾਈ ਜਾਂਦੇ, ਇੱਕ ਬੰਦਾ ਉਸ ਨੂੰ 100 ਬੰਦੇ ਹਾਰ ਪਾਉਣ ਵਾਲੇ, ਤੇ 100 ਹਾਰ ਥੋੜੇ ਹੀ ਇੱਕਦਮ ਆਪਣੇ ਗਾਲੀ 'ਚ ਹੀ ਰੱਖੂਗਾ। ਜਦੋਂ ਉਹਦੇ ਗਲ ਦੇ ਵਿੱਚ 5-7 ਹਾਰ ਹੋ ਜਾਂਦੇ, ਉਹ ਲਾ ਕੇ ਪਾਸੇ ਰੱਖ ਦਿੰਦਾ, ਫਿਰ ਹੋਰ ਪਾਉਂਦੇ ਲੋਕ, ਯਾਨੀ ਕਿ ਕਬੂਲ ਹੋਏ ਹੁੰਦੇ, ਪ੍ਰਵਾਨ ਹੋ ਜਾਂਦੇ। ਇਸੇ ਤਰ੍ਹਾਂ ਉਸ ਸੱਚੇ ਦਰਬਾਰ ਦੇ ਵਿੱਚ ਜਿਨ੍ਹਾਂ ਨੂੰ ਪ੍ਰਮਾਤਮਾ ਪ੍ਰਵਾਨ ਕਰ ਲੈਂਦਾ ਹੈ, ਆਪਣਾ ਪਿਆਰ ਦੇ ਕੇ, ਆਪਣੇ ਪਿਆਰ ਦਾ ਥਾਪੜਾ ਦੇ ਕੇ, ਥਾਪੀ ਦੇ ਕੇ, ਗਲਵੱਕੜੀ ਵਿੱਚ ਲੈ ਕੇ, ਪ੍ਰੇਮ ਦੀ ਨਿਗਾਹ ਦੇ ਨਾਲ ਉਹ ਪ੍ਰਵਾਨ ਹੋ ਜਾਂਦੇ, ਉਹਨਾਂ ਨੂੰ ਵਾਹਿਗੁਰੂ ਪ੍ਰਵਾਨ ਕਰ ਲੈਂਦਾ। ਗੁਰੂ ਬਾਣੀ ਦੇ ਵਿੱਚ ਪਾਵਨ ਬਚਨ ਹੈ, ਤੇਰੇ ਹੁਕਮ ਪਵੈ ਨਿਸ਼ਾਨ, ਤੋ ਕਰੋ ਸਾਹਿਬ ਕੀ ਸੇਵਾ। ਜੇ ਤੇਰੇ ਹੁਕਮ ਦੇ ਵਿੱਚ ਅਸੀਂ ਪ੍ਰਵਾਨ ਹੋ ਜਾਈਏ, ਤੇਰੇ ਦਿੱਤੇ ਹੋਏ ਹੁਕਮ ਨੂੰ ਅਸੀਂ ਚੰਗੀ ਤਰ੍ਹਾਂ ਨਿਭਾ ਲਈਏ ਜਾਂ ਉਸ ਦੇ ਲਾਇਕ ਬਣ ਜਾਈਏ, ਤਾਂ ਹੀ ਪਰਮ ਪਰਮੇਸ਼ਰ ਵਾਹਿਗੁਰੂ ਅਸੀਂ ਤੇਰੀ ਸੇਵਾ ਕਰੀਏ।
ਤਾਂ ਹੀ ਤੇਰੀ ਸੇਵਾ ਕਰ ਸਕਦੇ ਹਾਂ। तेरे हुक्म पवै निशान तो करो साहिब की सेवा, जब गुर देखे शुभ दिष्ट नाम करता मुख देवा। ਜਦੋਂ ਗੁਰੂ ਆਪਣੇ ਸੇਵਕ ਦੇ ਉੱਪਰ ਆਪਣੀ ਸ਼ੁਭ ਦ੍ਰਿਸ਼ਟੀ ਪਾ ਦਿੰਦਾ ਹੈ ਤਾਂ ਫਿਰ ਉਹ ਨਾਮ ਜਪਣ ਵਾਲਾ ਭਾਗੀ ਬਣ ਜਾਂਦਾ, ਵਡਭਾਗਾ ਹੋ ਜਾਂਦਾ। ਉਹ ਆਪਣੇ ਮੁਖ ਦੇ ਵਿੱਚੋਂ ਨਾਮ ਨੂੰ ਕਹਿੰਦਾ ਹੈ। ਦੈਨ ਕੱਚ ਪਕਾਈ ਉਥੇ ਪਾਏ, ਪਕਾਈ ਦੇ ਉੱਪਰ ਵਿਸ਼ਰਾਮ ਆਊਗਾ। ਕੱਚ ਪਕਾਈ ਵਿਸ਼ਰਾਮ ਉਥੇ ਪਾਏ। ਸੋ ਅਸੀਂ ਇੱਥੇ ਥੋੜਾ ਜਿਹਾ ਮੈਨੂੰ ਲੱਗਦਾ ਗਲਤੀ ਹੋ ਜਾਂਦੀ ਸਾਡੇ ਕੋਲ। ਅਸੀਂ ਕਹਿੰਦੇ ਉਥੇ ਪਾਈ, ਉਥੇ ਪਾਏ, ਹਨਾ। ਊੜੇ ਦਾ ਮੂੰਹ ਖੁੱਲਾ ਹੈ ਤੇ ਥੱਥੇ ਨੂੰ ਦੋ ਲਾਵਾਂ ਲੱਗੀਆਂ। ਊੜੇ ਦਾ ਮੂੰਹ ਖੁੱਲਾ, ਇਹਦਾ ਮਤਲਬ ਥੋੜਾ ਜਿਹਾ ਅਸੀਂ ਆਪਣੇ ਮੂੰਹ ਨੂੰ ਗੋਲ ਜਿਹਾ ਬਣਾ ਕੇ ਸਾਉਣ ਦੇਣੀ। ओ है ना, ओ ओथे 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 ऐ बोलना। ओथे ओथे नहीं बोलना, ओथे पाए ऐ नहीं कहना। थथे दो लावां थे, थथे दुलावां थे, थथे दुलावां थे। ये सीखण वास्ते थोड़ा जिहा स्लोली बोल रहे हैं आपां, लॉन्ग साउंड दे रहे हैं। ਪ੍ਰੈਕਟੀਕਲੀ ਇੱਦਾਂ ਨਹੀਂ ਬੋਲਣਾ। ਨੋਰਮਲੀ ਆਪਣੀ ਰੂਟੀਨ ਦੇ ਵਿੱਚ ਬਾਣੀ ਪੜ੍ਹਨ ਲੱਗਿਆ ਲੌਂਗ ਸਾਊਂਡ ਬਾਹਲਾ ਲੰਬਾ ਨਹੀਂ ਕਰਨਾ ਹੁੰਦਾ, ਇਸ ਤਰ੍ਹਾਂ ਹੀ ਬੋਲਣਾ ਹੁੰਦਾ। ਕੱਚ ਪਕਾਈ ਉਥੇ ਪਾਈ, ਕੱਚ ਪਕਾਈ ਉਥੇ ਪਾਈ, ਐਂ ਬੋਲਣਾ ਹੁੰਦਾ। ਠੀਕ ਹੈ। ਇਸ ਪੰਕਤੀ ਦਾ ਅਰਥ ਹੈ ਕਿ ਚੰਗੇ ਮੰਦੇ ਮਨੁੱਖ ਰੱਬ ਦੀ ਦਰਗਾਹ ਦੇ ਵਿੱਚ ਪਰਖੇ ਜਾਂਦੇ ਹਨ। ਕੱਚ ਮਤਲਬ ਕੱਚੇ, ਪਕਾਈ ਮਤਲਬ ਪੱਕੇ। ਕੱਚੇ ਪੱਕੇ ਬੰਦੇ, ਚੰਗੇ ਮੰਦੇ ਬੰਦੇ ਉੱਥੇ ਪਾਏ, ਉਸ ਦਰਗਾਹ ਦੇ ਵਿੱਚ ਪਰਖੇ ਜਾਂਦੇ ਹਨ। ਕੱਚੇ ਤੇ ਪੱਕੇ ਮਨੁੱਖ ਗੁਰੂ ਦੇ ਦਰਬਾਰ ਵਿੱਚ ਪਰਖੇ ਜਾਂਦੇ ਹਨ। ਜਿਵੇਂ ਐਗਜ਼ਾਮਪਲੀ, ਜਿਵੇਂ ਤਲਵੰਡੀ ਸਾਬੋ ਦੀ ਧਰਤੀ ਵਿਖੇ ਭਾਈ ਡੱਲੇ ਨੇ ਗੁਰੂ ਜੀ ਨੂੰ ਆਪਣੀ ਵਡਿਆਈ ਵਿੱਚ ਆਖਿਆ, ਆਪਦੀ ਵਡਿਆਈ ਆਪ ਹੀ ਕੀਤੀ ਉਸਨੇ, ਤੇ ਕਹਿਣ ਲੱਗਾ, ਹੇ ਗੁਰੂ ਜੀ, ਤੁਸੀਂ ਆਨੰਦਪੁਰ ਤੇ ਚਮਕੌਰ ਦੀ ਗੜੀ ਵਾਲੀ ਜੋ ਜੰਗ ਵੇਲੇ, ਜੋ ਤੁਸੀਂ ਆਨੰਦਪੁਰ ਦੀ ਜੰਗ ਲੜੀ ਹੈ ਜਾਂ ਚਮਕੌਰ ਸਾਹਿਬ ਦੀ, ਚਮਕੌਰ ਦੀ ਗੜੀ ਵਿੱਚ ਜੰਗ ਲੜੀ ਹੈ, ਉਸ ਵੇਲੇ ਮੈਨੂੰ ਯਾਦ ਕਰ ਲੈਣਾ ਸੀ। ਮੇਰੇ ਸੂਰਮਿਆਂ ਦੇ ਰਾਹੀਂ ਜਿੱਤ ਪ੍ਰਾਪਤ ਹੋ ਜਾਣੀ ਸੀ ਤੁਹਾਨੂੰ। ਇਤਨੀ ਦੇਰ ਨੂੰ ਕਿਸੇ ਸ਼ਰਧਾਲੂ ਨੇ ਗੁਰੂ ਜੀ ਅੱਗੇ ਇੱਕ ਬੰਦੂਕ ਭੇਟ ਕੀਤੀ, ਰਾਈਫਲ ਗਨ, ਤੇ ਨਿਸ਼ਾਨਾ ਪਰਖਣ ਲਈ ਬੇਨਤੀ ਕੀਤੀ ਕਿ ਮਹਾਰਾਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਪੱਕੇ ਲੋਹੇ ਦੀ ਬੰਦੂਕ ਬਣਾ ਕੇ ਲਿਆਇਆ ਹਾਂ ਤੇ ਤੁਸੀਂ ਇਸ ਦਾ ਨਿਸ਼ਾਨਾ ਲਾ ਕੇ ਦੇਖੋ, ਇੱਕ ਵਾਰੀ ਪਰਖ ਕੇ ਦੇਖੋ ਨਿਸ਼ਾਨਾ। ਤਾਂ ਗੁਰੂ ਜੀ ਨੇ ਡੱਲੇ ਨੂੰ ਆਖਿਆ, ਡੱਲਿਆ, ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ, ਕਿਸੇ ਜਵਾਨ ਨੂੰ ਸਾਡੇ ਸਾਹਮਣੇ ਖੜਾ ਕਰ। ਡੱਲਾ ਕਹਿੰਦਾ, ਜੀ ਕਿਸੇ ਬੰਦੇ ਉੱਤੇ ਕਿਉਂ, ਕਿਸੇ ਦਰਖਤ ਉੱਤੇ ਪਰਖ ਲਓ। ਗੁਰੂ ਜੀ ਕਹਿੰਦੇ, ਨਹੀਂ, ਬੰਦਾ ਹੀ ਚਾਹੀਦਾ। ਡੱਲੇ ਨੇ ਆਪਣੇ ਸਿਪਾਹੀਆਂ ਨੂੰ ਆਖਿਆ ਕਿ ਗੁਰੂ ਜੀ ਦੇ ਸਾਹਮਣੇ ਖੜੇ ਹੋਵੋ, ਗੁਰੂ ਜੀ ਨੇ ਨਿਸ਼ਾਨਾ ਪਰਖਣਾ। ਪਰ ਡੱਲੇ ਦਾ ਕੋਈ ਵੀ ਬੰਦਾ ਨਾ ਆਇਆ। ਗੁਰੂ ਜੀ ਦੇ ਸਾਹਮਣੇ ਨਿਸ਼ਾਨਾ ਪਰਖਣ ਵਾਸਤੇ ਡੱਲੇ ਦਾ ਕੋਈ ਵੀ ਬੰਦਾ ਨਾ ਆਇਆ। ਜਦ ਲੰਗਰ ਵਿੱਚ ਸੇਵਾ ਕਰਦੇ ਪਿਤਾ ਵੀਰ ਸਿੰਘ ਤੇ ਉਸ ਦਾ ਪੁੱਤਰ ਧੀਰ ਸਿੰਘ, ਦੋਨਾਂ ਪਿਓ ਪੁੱਤਰਾਂ ਨੇ ਸੁਣਿਆ ਤਾਂ ਉਹ ਦੋਨੋਂ ਭੱਜੇ ਭੱਜੇ ਆਏ ਤੇ ਆਪਸ ਵਿੱਚ ਲੜ ਰਹੇ ਸਨ। ਪਿਤਾ ਕਹਿੰਦਾ, ਪੁੱਤਰ ਤੂੰ ਹਾਲੀ ਬਹੁਤ ਸੇਵਾ ਕਰਨੀ ਹੈ, ਗੁਰੂ ਜੀ ਦਾ ਨਿਸ਼ਾਨਾ ਮੈਂ ਬਣਾਂਗਾ। ਪੁੱਤਰ ਕਹਿੰਦਾ, ਨਹੀਂ ਪਿਤਾ ਜੀ, ਤੁਹਾਨੂੰ ਗੁਰੂ ਜੀ ਦੀ ਸੇਵਾ ਕਰਨ ਦਾ ਬਹੁਤ ਤਜਰਬਾ ਹੈ, ਮੈਂ ਹਾਲੀ ਅਣਜਾਣ ਹਾਂ, ਮਤਾਂ ਕਿਤੇ ਜ਼ਿੰਦਗੀ ਜਿਉਂਦਿਆਂ ਗਲਤੀ ਹੋ ਜਾਵੇ, ਇਸ ਲਈ ਮੈਨੂੰ ਹੁਣੇ ਹੀ ਪ੍ਰਵਾਨ ਚੜ੍ਹ ਜਾਣ ਦਿਓ, ਮੈਨੂੰ ਕੁਰਬਾਨੀ ਦੇ ਦੇਣ ਦਿਓ, ਮੈਨੂੰ ਕੁਰਬਾਨ ਹੋ ਜਾਣ ਦਿਓ। ਦੋਨੋਂ ਗੁਰੂ ਜੀ ਨੂੰ ਕਹਿੰਦੇ, ਫਿਰ ਦੋਨਾਂ ਨੇ ਗੁਰੂ ਜੀ ਨੂੰ ਆਖਿਆ, ਹੇ ਗੁਰੂ ਜੀ, ਪਹਿਲਾਂ ਮੈਨੂੰ ਨਿਸ਼ਾਨਾ ਲਾਓ, ਪਹਿਲਾਂ ਮੈਨੂੰ ਨਿਸ਼ਾਨਾ ਲਾਓ। ਇਸ ਤਰ੍ਹਾਂ ਗੁਰੂ ਜੀ ਦੇ ਸਾਹਮਣੇ ਆ ਕੇ ਕਹਿਣ ਲੱਗੇ। ਇਹ ਵਾਰਤਾ ਦੇਖ ਕੇ ਡੱਲਾ ਹੈਰਾਨ ਹੋ ਗਿਆ। ਗੁਰੂ ਜੀ ਨੇ ਆਖਿਆ, ਦੇਖ ਡੱਲਿਆ, ਇਹਨਾਂ ਸਿੱਖਾਂ ਦੇ ਸਿਦਕ ਕਰਕੇ ਮੈਂ ਕਦੇ ਹਾਰਿਆ ਨਹੀਂ।
ਹਰ ਵੇਲੇ ਇਹੋ ਹੀ ਮੇਰੀ ਕਸਵੱਟੀ ਉੱਤੇ ਪੂਰੇ ਉਤਰਦੇ ਹਨ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਕੱਚੇ ਪੱਕਿਆਂ ਨੂੰ ਪਰਖ ਕੇ ਗੁਰੂ ਜੀ ਦਰਗਾਹ ਵਿੱਚ ਪਾ ਲੈਂਦੇ ਆ। ਪਹਿਲਾਂ ਪਰਖ ਲੈਂਦੇ, ਜਿਵੇਂ ਸਾਡੀ ਇਸ ਦੁਨੀਆ ਤੇ ਪਰਖ ਹੁੰਦੀ ਹੈ, ਅਸੀਂ ਡੋਲ ਜਾਂਦੇ ਹਾਂ। ਅਸੀਂ ਕਹਿੰਦੇ ਇੰਨੀ ਬਾਣੀ ਵੀ ਪੜ੍ਹੀ ਦੀ ਹੈ, ਸੇਵਾ ਵੀ ਕਰੀ ਦੀ ਹੈ, ਕੁਛ ਨਤੀਜਾ ਤਾਂ ਨਿਕਲਦਾ ਨਹੀਂ ਗਾ, ਅਸੀਂ ਡੋਲ ਜਾਂਦੇ ਹਾਂ। ਪਰ ਵਾਹਿਗੁਰੂ ਸਾਨੂੰ ਪਰਖਦਾ, ਸਾਨੂੰ ਇੱਥੇ ਹੀ ਪਰਖ ਲੈਂਦਾ ਕੱਚੇ ਪੱਕਿਆਂ ਨੂੰ, ਫਿਰ ਪਰਖ ਕੇ ਉਹ ਦਰਗਾਹ ਵਿੱਚ ਪਾ ਲੈਂਦਾ। ਨਾਨਕ ਗਿਆ ਜਾਪੈ ਜਾਏ, ਇਹ ਗਿਆ ਤੇ ਵਿਸ਼ਰਾਮ ਆਊਗਾ। ਨਾਨਕ ਗਿਆ ਵਿਸ਼ਰਾਮ, ਜਾਪੈ ਜਾਏ, ਇਸ ਤਰ੍ਹਾਂ ਬੋਲਣਾ। ਉਚਾਰਨ ਇਹਦਾ ਸਹੀ ਹੈ, ਬਸ ਥੋੜਾ ਜਿਹਾ ਰੁਕਣਾ ਹੁੰਦਾ ਵਿਸ਼ਰਾਮ ਦੇ ਉੱਪਰ। ਨਾਨਕ ਗਿਆ ਜਾਪੈ ਜਾਏ, ਨਾਨਕ ਗਿਆ ਜਾਪੈ ਜਾਏ, ਇਸ ਤਰ੍ਹਾਂ ਬੋਲਣਾ। ਇਹਨੂੰ ਐ ਨਹੀਂ ਬੋਲਣਾ ਸੀ, ਸਾਡੇ ਕੋਲ ਗਲਤੀ ਹੋ ਜਾਂਦੀ ਹੈ। ਇੱਕ ਕਿਹੜੀ ਗਲਤੀ ਹੁੰਦੀ ਪਤਾ? ਅਸੀਂ ਕਹਿੰਦੇ ਨਾਨਕ ਗਿਆ ਜਾਪੈ ਜਾਏ, ਗੱਗੇ ਸਿਹਾਰੀ ਐੜੇ ਕੰਨਾ ਗਿਆ, ਨਾਨਕ ਗਿਆ ਜਾਪੈ ਜਾਏ, ਐਦਾਂ ਨਹੀਂ ਬੋਲਣਾ। ਗੱਗਾ ਈੜੀ ਨੂੰ ਸਿਹਾਰੀ ਐੜੇ ਕੰਨਾ, ਗੱਗਾ ਈੜੀ ਸਿਹਾਰੀ ਐੜੇ ਕੰਨਾ, ਗਿਆ ਗਿਆ ਗਿਆ, ਐ ਬੋਲਣਾ। ਗਿਆ ਨਹੀਂ ਕਹਿਣਾ, ਗਿਆ। ਨਾਨਕ ਗਿਆ ਜਾਪੈ ਜਾਏ, ਨਾਨਕ ਗਿਆ ਜਾਪੈ ਜਾਏ, ਨਾਨਕ ਗਿਆ ਜਾਪੈ ਜਾਏ, ਐ ਬੋਲਣਾ। ਸੋ ਇਸ ਪੰਕਤੀ ਦਾ ਅਰਥ ਹੈ, ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਉਸ ਥਾਂ ਉੱਪਰ ਪੁੱਜਣ ਤੇ, ਭਾਵ ਦਰਗਾਹ ਵਿੱਚ ਜਾਣ ਉੱਤੇ, ਉੱਥੇ ਗਿਆ ਹੀ ਪਤਾ ਲੱਗਦਾ ਹੈ ਕਿ ਕੱਚੇ ਪੱਕੇ, ਪਾਪੀ ਪੁੰਨੀ, ਸੰਤ ਦੁਸ਼ਟ ਕੌਣ ਹਨ। ਉਂਝ ਤਾਂ ਅਸੀਂ ਇੱਥੇ ਦੁਨੀਆ ਤੇ ਕਹਿੰਦੇ ਰਹਿਣਾ, ਜਿਹੜਾ ਇਸ ਦੁਨੀਆ ਦਾ ਸਭ ਤੋਂ ਵੱਡਾ ਪਾਪੀ ਹੈ ਨਾ, ਉਸ ਨੂੰ ਅਸੀਂ ਪੁੰਨੀ ਕਹਿੰਦੇ ਆ, ਦਾਨੀ ਕਹਿੰਦੇ ਆ। ਜਿਹੜਾ ਸਭ ਤੋਂ ਮਾੜਾ ਬੰਦਾ, ਉਸ ਨੂੰ ਅਸੀਂ ਚੰਗਾ ਕਹਿੰਦੇ ਆ, ਜਾਂ ਉਹ ਆਪਣੇ ਆਪ ਨੂੰ ਚੰਗਾ ਖਵਾਉਂਦਾ। ਗੁਰੂ ਨਾਨਕ ਦੇਵ ਜੀ ਕਹਿੰਦੇ ਇੱਥੇ ਜਿੰਨਾ ਮਰਜ਼ੀ ਕੋਈ ਆਪਣੇ ਆਪ ਨੂੰ ਪੁੰਨੀ ਖਵਾਈ ਜਾਏ, ਸੰਤ ਖਵਾ ਲੇ, ਸੱਚਾ ਕਹਿ ਲੇ, ਦਾਨੀ ਖਵਾ ਲੇ, ਗੁਰੂ ਨਾਨਕ ਦੇਵ ਜੀ ਕਹਿੰਦੇ ਇੱਥੇ ਕੁਛ ਵੀ ਕਹਿਣ ਜਾਂ ਕਹਾਉਣ ਨਾਲ ਕੁਝ ਨਹੀਂ ਬਣਨਾ। ਉਸ ਦਰਗਾਹ ਦੇ ਵਿੱਚ ਗਿਆ ਹੀ ਪਤਾ ਚੱਲੂਗਾ, ਵਾਹਿਗੁਰੂ ਦੇ ਘਰ ਜਾਣ ਉੱਤੇ ਹੀ ਪਤਾ ਚੱਲਣਾ ਕਿ ਕੌਣ ਕੱਚਾ ਹੈ, ਕੌਣ ਪੱਕਾ ਹੈ, ਕੌਣ ਪੁੰਨੀ ਹੈ, ਕੌਣ ਪਾਪੀ ਹੈ, ਕੌਣ ਸੰਤ ਹੈ, ਕੌਣ ਦੁਸ਼ਟ ਹੈ, ਕਿਹੜਾ ਦਾਨੀ ਹੈ ਤੇ ਕਿਹੜਾ ਦਾਨ ਖਾਣ ਵਾਲਾ ਹੈ। ਉੱਥੇ ਗਿਆਨ ਪਤਾ ਲੱਗੂਗਾ। ਸੋ ਇਸ ਤਰ੍ਹਾਂ ਹੁਣ ਤੱਕ ਜਪਜੀ ਸਾਹਿਬ ਜੀ ਦੀਆਂ ਪਾਵਨ ਪੌੜੀਆਂ, 34 ਪੌੜੀਆਂ ਦੇ ਅਰਥ, ਉਚਾਰਨ, ਵਿਸ਼ਰਾਮ, ਪ੍ਰਮਾਣਾ ਸਹਿਤ ਸਰਵਣ ਕੀਤੇ ਹਨ। ਤੋ ਹੁਣ ਤੱਕ 34 ਪੌੜੀਜ਼ ਕੰਪਲੀਟ ਕਰ ਲਈਆਂ ਹਨ। ਸੋ ਅੱਗੇ 35ਵੀਂ ਪੌੜੀ ਜੋ ਹੈ ਉਹ ਅਸੀਂ ਅਗਲੇ ਪਾਠ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।